ਪ੍ਰਗਟ ਦਿਵਸ ਵਿਸਾਖੀ ਦਾ ਤਿਉਹਾਰ ਜਿੱਥੇ ਦੇਸ਼ ਦੁਨੀਆ ਦੇ ਵਿੱਚ ਮਨਾਇਆ ਜਾਂਦਾ, ਉੱਥੇ ਖਾਲਸੇ ਦੀ ਸਾਜਨਾ ਧਰਤੀ ਸ੍ਰੀ ਕੇਸਗੜ੍ਹ ਸਾਹਿਬ ਦੇ ਇਸ ਪਾਵਨ ਸਥਾਨ ਤੇ ਅੱਜ ਦੇ ਦਿਨ ਦਾ ਵਿਸ਼ੇਸ਼ ਮਹੱਤਵ ਹੈ। ਅੱਜ ਅਸੀਂ ਆਪ ਸੰਗਤਾਂ ਹੋਰ ਇਤਿਹਾਸ ਦੇ ਇਸ ਵਕਤ ਸੰਗਤਾਂ ਗੁਰੂ ਦਰਸ਼ਨਾਂ ਦੇ ਵਾਸਤੇ ਪਾਤਸ਼ਾਹ ਜੀ ਨੇ ਜੋ ਕਲਾ ਇਸ ਅੱਜ ਦੇ ਪਿੱਤਰ ਦਿਹਾੜੇ ਦੀਆਂ ਲੱਖ ਲੱਖ ਗੁਰੂ ਸਾਹਿਬ ਦੀ ਰਹਿਮਤ ਕਲਾ ਉਸ ਦੇ ਨਾਲ ਜੁੜਨਾ ਕਰਾਂਗੇ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਤੇ ਉਸ ਮੌਜ ਦਾ ਆਨੰਦ ਮਾਣਨ ਦੇ ਵਾਸਤੇ ਆਨੰਦਪੁਰੀ ਦੇ ਵਿੱਚ ਆਪਾਂ ਆਏ ਹੋਏ ਹਾਂ। ਸਾਡੇ ਨਾਲ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਮੌਜੂਦ ਨੇ। ਜਦੋਂ ਵੀ ਆਈਏ ਸਾਨੂੰ ਸਮਾਂ ਦੇ ਕੇ ਨਵਾਜਦੇ ਨੇ। ਸਭ ਤੋਂ ਪਹਿਲਾਂ ਤਾਂ ਸਿੰਘ ਸਾਹਿਬ ਜੀ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਿੰਘ ਸਾਹਿਬ ਜੀ, ਅੱਜ ਬੜਾ ਹੀ ਮਹਾਨ ਪਵਿੱਤਰ ਅਤੇ ਇਤਿਹਾਸਕ ਦਿਹਾੜਾ ਹੈ, ਬਖਸ਼ਿਸ਼ਾਂ ਭਰਿਆ ਦਿਹਾੜਾ, ਤੇ ਅਸੀਂ ਚਾਹਾਂਗੇ ਕਿ ਅੱਜ ਦੇ ਦਿਨ ਦਾ ਇਤਿਹਾਸ ਤੇ ਅੱਜ ਦੇ ਦਿਨ ਦੀ ਮਹਾਨਤਾ ਆਪ ਜੀ ਸਾਡੇ ਨਾਲ ਸਾਂਝੀ ਕਰਦੇ ਜੀ। ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀਓ, ਤਖਤ ਸ੍ਰੀ ਕੇਸਗੜ੍ਹ ਸਾਹਿਬ ਖਾਲਸਾ ਜੀ ਦਾ ਪ੍ਰਗਟ ਸਥਾਨ ਔਰ ਬਹੁਤ ਹੀ ਮਹਾਨ ਪਾਵਨ ਪਵਿੱਤਰ ਧਰਤੀ ਹੈ, ਜਿਸ ਦੇ ਸਿੱਖ ਪੰਥ ਵਿੱਚ ਬਹੁਤ ਵੱਡੀ ਇੱਕ ਅਹਿਮੀਅਤ ਹੈ, ਬਹੁਤ ਵੱਡੀ ਇੱਕ ਮਾਨਤਾ ਹੈ। ਭਾਵੇਂ ਕਿ ਜਿੱਥੇ ਵੀ ਸਤਿਗੁਰੂ ਸਾਹਿਬ ਜੀ ਪ੍ਰਕਾਸ਼ਮਾਨ ਹੋ ਜਾਣ, ਉਹ ਥਾਂ ਹੀ ਪੂਜਣਯੋਗ ਹੋ ਜਾਂਦੀ। ਕਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਜਿਹੜੀ ਸੰਗਤ ਹੈ ਉਹ ਸਤਿਗੁਰਾਂ ਦੇ ਉਸ ਸਥਾਨ ਨੂੰ ਜਾ ਕੇ ਉੱਥੋਂ ਜਿਹੜੀ ਚਰਨ ਧੂੜ ਹੈ ਆਪਣੇ ਮਸਤਕ ਨੂੰ ਲਾਉਂਦੀ ਹੈ। ਪਰ ਮੈਂ ਅਕਸਰ ਇੱਕ ਕਰਕੇ ਕਹਿੰਦਾ ਹੁੰਦਾ ਕਿ ਤਿੰਨ ਥਾਵਾਂ ਸਿੱਖ ਪੰਥ ਵਿੱਚ ਬਹੁਤ ਵੱਡੀ ਅਹਿਮੀਅਤ ਰੱਖਦੀਆਂ ਨੇ ਜੀ। ਪਹਿਲੀ ਹੈ ਨਨਕਾਣਾ ਸਾਹਿਬ, ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ, ਉੱਥੇ ਸਿੱਖੀ ਪ੍ਰਗਟ ਹੋਈ ਹੈ। ਔਰ ਦੂਜਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿੱਥੇ ਗ੍ਰੰਥ ਦਾ ਪ੍ਰਕਾਸ਼ ਹੋਇਆ। ਤੇ ਤੀਜਾ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ, ਜਿੱਥੇ ਪੰਥ ਦਾ ਪ੍ਰਕਾਸ਼ ਹੋਇਆ। ਇਹ ਤਿੰਨ ਥਾਵਾਂ ਬਹੁਤ ਵੱਡੀ ਅਹਿਮੀਅਤ ਸਿੱਖ ਪੰਥ ਵਿੱਚ ਰੱਖਦੀਆਂ ਨੇ, ਔਰ ਇਹ ਤਿੰਨੋਂ ਹੀ ਪ੍ਰਗਟ ਹੋਏ ਨੇ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ। ਸਤਿਗੁਰੂ ਪ੍ਰਗਟੇ ਨੇ, ਜਨਮੇ ਨੇ ਜੀ ਜੀ, ਬਿਲਕੁਲ। ਔਰ ਧੁਰ ਤੋਂ ਸਤਿਗੁਰੂ ਬਣ ਕੇ ਸਤਿਗੁਰੂ ਸਾਹਿਬ ਜੀ ਆਏ ਨੇ, ਨਵਾਜੇ ਹੋਏ ਆਏ ਨੇ। ਗੁਰੂ ਕੀ ਬਾਣੀ ਜਿਹੜੀ ਹੈ ਇਹ ਵੀ ਪ੍ਰਗਟ ਹੋਈ ਹੈ, ਔਰ ਜਿਹੜਾ ਖਾਲਸਾ ਹੈ ਇਹ ਵੀ ਪ੍ਰਗਟ ਹੋਇਆ। ਜਿਹੜਾ ਜੰਮਦਾ ਉਹ ਮਰਦਾ ਹੈ। ਅਕਸਰ ਮੈਂ ਗੱਲ ਕਹਿੰਦਾ ਹੁੰਦਾ ਪ੍ਰਚਾਰਕ ਵੀਰਾਂ ਨੂੰ ਵੀ ਕਿ ਆਪਾਂ ਕਹਿ ਦਿੰਦੇ ਹਾਂ ਕਿ ਖਾਲਸੇ ਦਾ ਜਨਮ ਦਿਹਾੜਾ। ਜਨਮ ਸ਼ਬਦ ਨਹੀਂ ਕਹਿਣਾ ਚਾਹੀਦਾ ਸਾਨੂੰ, ਜੋ ਮੇਰਾ ਆਪਣਾ ਮੰਨਣਾ ਕਿ ਜਨਮ ਜਿਹਦਾ ਹੁੰਦਾ ਉਹ ਮਰਦਾ ਵੀ ਹੈ। ਖਾਲਸਾ ਤਾਂ ਪ੍ਰਗਟ ਹੋਇਆ, ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਔਰ ਜਿਸ ਪਵਿੱਤਰ ਕਾਰਜ ਵਾਸਤੇ ਦਸ਼ਮੇਸ਼ ਪਿਤਾ ਜੀ ਅਵਤਾਰ ਧਾਰਨ ਕਰਕੇ ਇਸ ਮਾਤ ਲੋਕ ਤੇ ਆਏ ਸਨ, ਯਾਹੀ ਕਾਜ ਧਰਾ ਹਮ ਜਨਮੰ, ਸਮਝ ਲੈ ਹੋ ਸਾਧੂ ਸਭ ਮਨ ਮੰਗ। ਧਰਮ ਚਲਾਵਨ ਸੰਤੋ ਵਾਰਨ, ਦੁਸ਼ਟ ਸਭਨ ਕਮੂਲ ਉਪਾਰਨ। ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰਬੇ ਕੋ ਸਾਜਾ। ਔਰ ਸਤਿਗੁਰਾਂ ਦਾ ਆਪਣਾ ਪਾਵਨ ਮੁਖ ਵਾਕ ਹੈ, ਠਾੜ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ। ਪੰਥ ਚੱਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਔਰ ਸਤਿਗੁਰਾਂ ਨੇ ਜਿੱਥੇ ਪੰਥ ਦਾ ਪ੍ਰਕਾਸ਼ ਇਸ ਪਾਵਨ ਸਥਾਨ ਤੇ ਕੀਤਾ, ਉੱਥੇ ਨੰਦੇੜ ਦੀ ਧਰਤੀ ਤੇ ਸਤਿਗੁਰਾਂ ਨੇ ਪੰਥ ਨੂੰ ਗ੍ਰੰਥ ਦੀ ਤਾਬਿਆ 'ਚ ਕੀਤਾ ਜੀ। ਔਰ ਨਾਲ ਇਹ ਸ਼ਬਦ ਕਹੇ ਸਨ ਕਿ ਆਗਿਆ ਭਈ ਅਕਾਲ ਕੀਤਾ, ਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਕਿ ਉਸ ਅਕਾਲ ਪੁਰਖ ਦੇ ਹੁਕਮ ਨਾਲ ਮੈਂ ਇਸ ਪੰਥ ਨੂੰ ਸਾਜਿਆ, ਤੇ ਹੁਣ ਮੈਂ ਉਹਨਾਂ ਸਿੱਖਾਂ ਨੂੰ ਹੁਕਮ ਦੇਣਾ ਕਿ ਅੱਜ ਤੋਂ ਬਾਅਦ ਤੁਹਾਡੇ ਜਿਹੜੇ ਗੁਰੂ ਨੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ।
ਇਹ ਉਹ ਪਾਵਨ ਸਥਾਨ ਹੈ ਕਿ ਜਿੱਥੇ ਅਕਾਲ ਪੁਰਖ ਦੀ ਜੋਤ ਸਾਖਸ਼ਾਤ ਅਕਾਲ ਪੁਰਖ ਸਾਹਿਬ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਅਵਤਾਰ ਧਾਰਨ ਕੀਤਾ ਔਰ ਜਿਸ ਕਾਰਜ ਵਾਸਤੇ ਸਤਿਗੁਰੂ ਆਏ ਸਨ ਉਸ ਕਾਰਜ ਨੂੰ 1699 ਦੀ ਵਿਸਾਖੀ ਵਾਲੇ ਦਿਨ ਕਲਗੀਧਰ ਪਾਤਸ਼ਾਹ ਨੇ ਅੰਜਾਮ ਦਿੱਤਾ ਹੈ। ਜੀ ਔਰ ਜਿਹੜਾ ਸਿੱਖ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਜਿਆ ਸੀ ਉਸ ਸਿੱਖ ਨੂੰ ਕਲਗੀਧਰ ਪਾਤਸ਼ਾਹ ਨੇ ਇੱਥੇ ਸੰਪੂਰਨਤਾ ਬਖਸ਼ਿਸ਼ ਕੀਤੀ ਹੈ। ਜੀ ਬਿਲਕੁਲ। ਜਿਹੜਾ 239 ਸਾਲ ਦਾ ਉਹ ਸਫ਼ਰ ਸੀ ਇੱਥੇ ਸਤਿਗੁਰਾਂ ਨੇ ਉਸ ਸਿੱਖ ਨੂੰ ਸੰਪੂਰਨਤਾ ਬਖਸ਼ੀ ਹੈ। ਜਿਹੜੀ ਦੇਹਧਾਰੀ ਪ੍ਰਥਾ ਸੀ ਚਰਨ ਪਾਹੁਲ ਦੇਣ ਦੀ ਉਹਨੂੰ ਵੀ ਬੰਦ ਕਰ ਦਿੱਤਾ ਸਤਿਗੁਰਾਂ ਨੇ। ਕਿ ਪੰਚ ਪ੍ਰਧਾਨੇ ਜਿਹੜੀ ਮਰਿਆਦਾ ਸੀ ਉਹ ਕਾਇਮ ਕਰ ਦਿੱਤੀ, ਸਾਨੂੰ ਇੱਕ ਸੰਸਕਾਰ ਬਖਸ਼ਿਸ਼ ਕਰ ਦਿੱਤੇ, ਸਾਨੂੰ ਮਰਿਆਦਾ ਬਖਸ਼ਿਸ਼ ਕਰ ਦਿੱਤੀ। ਔਰ ਸਤਿਗੁਰਾਂ ਨੇ ਆਪਣੀ ਹਯਾਤੀ ਵਿੱਚ ਹਜੂਰ ਸਾਹਿਬ ਦੇ ਪਾਵਨ ਸਥਾਨ ਤੇ ਪੰਥ ਨੂੰ ਗ੍ਰੰਥ ਦੀ ਤਾਬਿਆ ਕਰ ਦਿੱਤਾ ਤਾਂ ਕਿ ਦੇਹਧਾਰੀ ਨਾ ਤੇ ਗੁਰੂ ਬਣ ਸਕਦਾ ਤੇ ਨਾ ਦੇਹਧਾਰੀ ਕਿਸੇ ਨੂੰ ਚਰਨ ਪਾਹੁਲ ਹੋਣ ਦੇ ਸਕਦਾ। ਜਿਹੜੀ ਪਾਹੁਲ ਹੈ ਖੰਡੇ ਬਾਟੇ ਦੀ ਹੈ ਔਰ ਉਹ ਪੰਜ ਪਿਆਰੇ ਸਾਹਿਬਾਨ ਬਖਸ਼ਿਸ਼ ਕਰਨਗੇ ਤੇ ਇਸ ਸਾਜੇ ਹੋਏ ਜਿਹੜਾ ਪੰਥ ਹੈ ਜਿਹੜਾ ਸਿੱਖ ਹੈ ਉਹਨੇ ਤਾਬਿਆ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰਹਿਣ ਤੇ ਸ਼ਬਦ ਨੂੰ ਆਪਣਾ ਗੁਰੂ ਮੰਨਣਾ। ਇਹ ਇਸ ਸਥਾਨ ਤੇ ਸਤਿਗੁਰਾਂ ਨੇ ਇਹ ਪਾਵਨ ਕੌਤਕ ਜਿਹੜਾ 1699 ਦੀ ਵਿਸਾਖੀ ਵਾਲੇ ਦਿਨ ਕੀਤਾ। ਸੋ ਬਿਲਕੁਲ ਇਹ ਬੜਾ ਵੱਡਾ ਇੱਕ ਯੁੱਗ ਬਦਲਣ ਵਾਲਾ ਚੋਜ ਸੀਗਾ ਜਿਹੜਾ ਇਸ ਧਰਤੀ ਤੇ ਹੋਇਆ। ਸੋ ਮੈਂ ਸਮਝਦਾ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਬਖਸ਼ਿਸ਼ ਅੱਜ ਜਿੱਥੇ ਆਪਾਂ ਕੋਲ ਵਿਸ਼ਵ ਦੇ ਵਿੱਚ ਦੇਖਦੇ ਹਾਂ ਕਿ ਖਾਲਸੇ ਦੀ ਜਿਹੜੀ ਚੜ੍ਹਦੀ ਕਲਾ ਦਾ ਜੈ ਜੈਕਾਰ ਹੋ ਰਹੀ ਹੈ ਇਹ ਉਹਦਾ ਆਦ ਹੈ। ਇੱਥੇ ਹੀ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਕਿੰਨੇ ਵੱਡੇ ਅਲਫਾਜ਼ ਨੇ ਤੇ ਜੇ ਆਪਾਂ ਇਹਨਾਂ ਦੀ ਗਹਿਰਾਈ ਦੇ ਵਿੱਚ ਜਾ ਕੇ ਮਹਿਸੂਸ ਕਰੀਏ ਤੇ ਫਿਰ ਪਤਾ ਲੱਗਦਾ ਕਿ ਕਿਵੇਂ ਇਹ ਮੌਜ ਵਰਤੀ ਹੈ ਇਸ ਧਰਤੀ ਤੇ। ਅਸੀਂ ਚਾਹਾਂਗੇ ਸਿੰਘ ਸਾਹਿਬ ਜੀ ਆਪ ਜੀ ਉਸ ਪਰਥਾਈ ਵੀ ਥੋੜਾ ਜਿਹਾ ਗਿਆਨ ਦਿੰਦੇ ਨੇ। ਦੇਖੋ ਕਿ ਮੈਂ ਪਹਿਲਾਂ ਬੇਨਤੀ ਕੀਤੀ ਵੀ ਇਸ ਧਰਤੀ ਦਾ ਇੱਕ ਬਹੁਤ ਵੱਡਾ ਇਤਿਹਾਸ ਹੈ। 29 ਸਾਲ ਦਾ ਅਰਸਾ ਦਸ਼ਮੇਸ਼ ਪਿਤਾ ਜੀ ਇਸ ਧਰਤੀ ਤੇ ਰਹੇ ਨੇ ਆਪਣੇ ਜੀਵਨ ਦੇ ਔਰ ਇੱਥੋਂ ਦੇ ਜਰਰੇ ਜਰਰੇ ਨੂੰ ਸਤਿਗੁਰਾਂ ਨੇ ਮੁਬਾਰਕ ਕੀਤਾ, ਆਪਣੇ ਚਰਨਾਂ ਦੀ ਜਿਹੜੀ ਸ਼ੋਅ ਸੀ ਉਹ ਬਖਸ਼ਿਸ਼ ਕੀਤੀ ਹੈ। ਔਰ ਇੱਥੇ ਔਰੰਗਜ਼ੇਬ ਬਾਦਸ਼ਾਹ ਦੇ ਸਤਾਏ ਹੋਏ ਕਸ਼ਮੀਰੀ ਪੰਡਤ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕੋਲ ਆਏ ਸਨ। ਜਦ ਕਿ ਔਰੰਗਜ਼ੇਬ ਬਾਦਸ਼ਾਹ ਜਦੋਂ ਬੜਾ ਮੁਤੱਸਬੀ ਔਰ ਬੜਾ ਜ਼ਾਲਮ ਰਾਜਾ ਸੀ ਉਹਨੇ ਹਿੰਦੂਆਂ ਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਕਿ ਹਿੰਦੂ ਨੇ ਉਹਨਾਂ ਸਾਰਿਆਂ ਨੂੰ ਇਸਲਾਮ 'ਚ ਸ਼ਾਮਲ ਕਰਨ ਵਾਸਤੇ ਜਨੇਊ ਜਬਰੀ ਉਤਾਰਨੇ ਸ਼ੁਰੂ ਕਰ ਦਿੱਤੇ। ਔਰ ਸ਼ੁਰੂਆਤ ਜਿਹੜੀ ਸੀ ਉਹਨੇ ਕਸ਼ਮੀਰ ਤੋਂ ਕੀਤੀ ਹੈ, ਕਸ਼ਮੀਰੀ ਪੰਡਤਾਂ ਤੋਂ ਕੀਤੀ ਹੈ। ਔਰ ਕਸ਼ਮੀਰੀ ਪੰਡਤਾਂ ਦਾ ਇੱਕ ਜੱਥਾ ਜਿਹੜਾ ਉਹ ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਇੱਥੇ ਆਉਂਦਾ ਹੈ, ਗੁਰੂ ਸਾਹਿਬ ਦੇ ਕੋਲ ਆਉਂਦਾ। ਇਹ ਸਾਰੀ ਖੇਡ ਤਾਂ ਇਸ ਕਾਰਜ ਵਾਸਤੇ ਵਰਤ ਰਹੀ ਸੀ ਔਰ ਆ ਕੇ ਬੇਨਤੀਆਂ ਕਰਦੇ ਨੇ ਸਤਿਗੁਰੂ ਸਾਹਿਬ ਜੀ ਜੇਕਰ ਸਾਡਾ ਧਰਮ ਹਿੰਦੂ ਧਰਮ ਦੀ ਧਰਮ ਦੇ ਚਿੰਨ੍ਹ ਨੇ ਤਿਲਕ ਜੰਨੂ ਧੋਤੀ ਟੋਪੀ ਬੋਦੀ ਜੇਕਰ ਬਚ ਸਕਦੀ ਹੈ ਤੇ ਉਹ ਗੁਰੂ ਨਾਨਕ ਦਾ ਘਰ ਉਹਨੂੰ ਬਚਾ ਸਕਦਾ ਹੈ। ਵਰਨਾ ਸੰਸਾਰ ਵਿੱਚ ਕੋਈ ਵੀ ਐਸਾ ਕੋਈ ਦਰ ਨਹੀਂ ਹੈ ਜਿਸ ਦਰ ਤੇ ਅਸੀਂ ਜਾਈਏ ਤਾਂ ਸਾਡੀ ਫਰਿਆਦ ਸੁਣੀ ਜਾਏ। ਸਾਡੀ ਫਰਿਆਦ ਕੇਵਲ ਤੇ ਕੇਵਲ ਇਸ ਘਰ ਵਿੱਚ ਹੀ ਸੁਣੀ ਜਾਣੀ ਹੈ। ਤੇ ਕਲਗੀਧਰ ਪਾਤਸ਼ਾਹ ਨੇ ਜੋ ਉਸ ਵਕਤ ਨੇੜੇ ਸਨ ਗੁਰੂ ਸਾਹਿਬ ਦੇ ਸਾਰਾ ਚੋਰੀ ਦੇਖ ਰਹੇ ਸਨ ਤੇ ਪੁੱਛਦੇ ਨੇ ਮਹਾਰਾਜ ਪਿਤਾ ਜੀ ਕਿ ਕੌਣ ਲੋਕ ਨੇ। ਮਹਾਰਾਜ ਕਹਿੰਦੇ ਕਿ ਬੇਟਾ ਇਹ ਕਸ਼ਮੀਰੀ ਪੰਡਤ ਨੇ, ਰੋਂਦੇ ਕਿਉਂ ਨੇ? ਇਹਨਾਂ ਦਾ ਧਰਮ ਖਤਰੇ ਵਿੱਚ ਹੈ, ਬਚ ਕਿਵੇਂ ਸਕਦਾ ਹੈ ਜੇਕਰ ਕੋਈ ਮਹਾਤਮਾ ਕੋਈ ਧਰਮਾਤਮਾ ਕੁਰਬਾਨੀ ਦੇ ਦੇ। ਉਸ ਵਕਤ ਸਤਿਗੁਰਾਂ ਨੇ ਵਚਨ ਕਹੇ ਸਨ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਸੰਸਾਰ ਵਿੱਚ ਨਾ ਕੋਈ ਧਰਮਾਤਮਾ ਹੈ ਨਾ ਕੋਈ ਮਹਾਤਮਾ ਹੈ, ਤੁਸੀਂ ਹੀ ਮਹਾਨ ਆਤਮਾ ਹੋ, ਤੁਸੀਂ ਹੀ ਇਹਨਾਂ ਦਾ ਧਰਮ ਬਚਾਉਣ ਵਾਸਤੇ ਜਿਹੜੀ ਕੁਰਬਾਨੀ ਹੈ ਉਹ ਦਿੱਲੀ ਜਾ ਕੇ ਦਿਓ। ਤੇ ਸਤਿਗੁਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣਾ ਇਤਿਹਾਸ ਪੜ੍ਹਦੇ ਆ ਸੁਣਦੇ ਆ ਕਿ ਦਿੱਲੀ ਜਾ ਕੇ ਇਹ ਕਹਿਤਾ ਸੀਗਾ ਉਹਨਾਂ ਪੰਡਤਾਂ ਨੂੰ ਕਿ ਔਰੰਗਜ਼ੇਬ ਨੂੰ ਵੀ ਸੁਨੇਹਾ ਦੇ ਦਿਓ ਕਿ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਜੀ ਇਸਲਾਮ ਧਾਰਨ ਕਰ ਲੈਣ ਅਸੀਂ ਸਾਰੇ ਕਰ ਲਵਾਂਗੇ। ਤੇ ਉਹਨਾਂ ਨੇ ਫਿਰ ਜ਼ੋਰ ਜਿਹੜਾ ਸੀ ਉਹ ਲਾਉਣਾ ਸ਼ੁਰੂ ਕੀਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਗ੍ਰਿਫਤਾਰੀ ਹੁੰਦੀ ਹੈ। ਬੜਾ ਯਤਨ ਕੀਤਾ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਇਸਲਾਮ ਕਬੂਲ ਕਰ ਲੈਣ ਤਾਂ ਸਾਰਾ ਹਿੰਦੂ ਜਿਹੜਾ ਉਹ ਇਸਲਾਮ ਵਿੱਚ ਆ ਜਾਏਗਾ। ਔਰ ਸਤਿਗੁਰਾਂ ਨੇ ਉੱਥੇ ਸ਼ਹਾਦਤ ਦਿੱਤੀ ਹੈ। ਹਿੰਦੂ ਧਰਮ ਦੀ ਜਿਹੜੀ ਸੱਭਿਅਤਾ ਸੀ ਜੋ ਉਹਦੇ ਚਿੰਨ੍ਹ ਸਨ ਉਹਨੂੰ ਬਚਾਉਣ ਵਾਸਤੇ ਸਤਿਗੁਰਾਂ ਨੇ ਆਪਣਾ ਸੀਸ ਕੁਰਬਾਨ ਕੀਤਾ। ਔਰ ਸਤਿਗੁਰਾਂ ਦਾ ਸੀਸ ਲੈ ਕੇ ਬਾਬਾ ਜੈਤਾ ਜੀ ਇੱਥੇ ਆਏ, ਇਸੇ ਧਰਤੀ ਤੇ ਕੀਰਤਪੁਰ ਸਾਹਿਬ ਆ ਕੇ ਸਥਾਨ ਉੱਥੇ ਬਣਿਆ ਹੋਇਆ ਬਿਬਾਨਗੜ੍ਹ ਸਾਹਿਬ, ਉੱਥੇ ਗੁਰੂ ਸਾਹਿਬ ਦਾ ਸੀਸ ਸੁਭਾਇਮਾਨ ਕੀਤਾ। ਕਲਗੀਧਰ ਪਾਤਸ਼ਾਹ ਇੱਥੋਂ ਆਪਣੇ ਦਾਦੀ ਜੀ ਸਮੇਤ ਮਾਤਾ ਜੀ ਸਮੇਤ ਬਾਕੀ ਜਿਹੜੇ ਪਰਿਵਾਰਕ ਹੋਰ ਮੈਂਬਰ ਸਨ ਔਰ ਬੜੀ ਵੱਡੀ ਗਿਣਤੀ ਸੰਗਤ ਇੱਥੇ ਪਹੁੰਚੀ ਹੋਈ ਸੀ, ਉਹਨਾਂ ਨੂੰ ਨਾਲ ਲੈ ਕੇ ਸਤਿਗੁਰੂ ਉੱਥੇ ਜਾ ਕੇ ਤੇ ਪਾਲਕੀ ਸਾਹਿਬ 'ਚ ਗੁਰੂ ਸਾਹਿਬ ਦਾ ਸੀਸ ਰੱਖ ਕੇ ਤੇ ਇਸ ਸਥਾਨ ਤੇ ਲੈ ਕੇ ਆਉਂਦੇ ਆ।
ਬਿਲਕੁਲ ਇੱਥੇ ਪਿਤਾ ਗੁਰੂ ਦੇ ਸੀਸ ਦਾ ਸੰਸਕਾਰ ਆਪਣੇ ਹੱਥੀਂ ਕਰਦੇ ਆ ਤੇ ਸਾਹਮਣੇ ਦਰਸ਼ਨ ਕਰ ਰਹੇ ਨੇ। ਸੰਸਕਾਰ ਹੁੰਦਾ ਅਕਾਲ ਬੁੰਗਾ ਸਾਹਿਬ ਦਾ ਸਥਾਨ ਹੈ। ਉੱਥੇ ਬੈਠੇ ਹੋਏ ਦਰਸ਼ਨ ਕਰਦੇ ਕਰਦੇ ਬਾਬਾ ਜੈਤਾ ਜੀ ਨੂੰ ਪੁੱਛਦੇ ਨੇ ਕਿ ਬਾਬਾ ਜੀ, ਜਦੋਂ ਪਿਤਾ ਜੀ ਦੀ ਸ਼ਹਾਦਤ ਹੋਈ ਹੈ ਦਿੱਲੀ ਵਿੱਚ, ਉਦੋਂ ਕੋਈ ਸਿੱਖ ਦਿੱਲੀ ਵਿੱਚ ਨਹੀਂ ਸੀ ਵਸਦਾ, ਕਿਸੇ ਨੇ ਕੋਈ ਹਾਅ ਦਾ ਨਾਅਰਾ ਨਹੀਂ ਮਾਰਿਆ ਕਿ ਇਹ ਨਹੀਂ ਹੋਣਾ ਚਾਹੀਦਾ। ਬਾਬਾ ਜੀ ਕਹਿਣ ਲੱਗੇ ਮਹਾਰਾਜ ਸਿੱਖ ਤੇ ਬੜੇ ਸਨ ਪਰ ਪਛਾਣ ਨਹੀਂ ਸੀ ਆ ਰਹੀ। ਉਦੋਂ ਫਿਰ ਸਾਹਿਬ ਜੀ ਨੇ ਇਹ ਬਚਨ ਬਾਬਾ ਜੀ ਨੂੰ ਕਹੇ ਸਨ ਸੰਗਤ ਨੂੰ ਸੰਬੋਧਨ ਹੋ ਕੇ ਕਿ ਬਾਬਾ ਜੀ ਹੁਣ ਮੈਂ ਇਹੋ ਜਿਹਾ ਸਿੱਖ ਸਾਜਾਂਗਾ ਜਿਹੜਾ ਲੱਖਾਂ ਦੇ ਵਿੱਚ ਵੀ ਖੜਾ ਹੋਊਗਾ ਤੇ ਆਪਣੇ ਆਪ ਨੂੰ ਛੁਪਾ ਨਹੀਂ ਸਕੂ। ਫਿਰ 24 ਸਾਲ ਸਤਿਗੁਰਾਂ ਨੇ ਇਹਨਾਂ ਕਾਰਜਾਂ ਦੀ ਤਿਆਰੀ ਕਰਦਿਆਂ ਹੋਇਆਂ ਲਾਏ। 1675 ਦੇ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤੇ 1699 ਨੂੰ ਸਤਿਗੁਰਾਂ ਨੇ ਇਹ ਜਿਹੜਾ ਚੋਜ ਸੀ, ਜਿਹੜਾ ਕੌਤਕ ਸੀ, ਇਸ ਧਰਤੀ ਤੇ ਕੀਤਾ। ਦੂਰ ਦਰੇਡੇ ਸਾਰੇ ਸੰਸਾਰ ਭਰ ਕਿੱਥੇ ਕਿੱਥੇ ਸਿੱਖ ਵਾਸਤੇ ਸਨ ਸੁਨੇਹੇ ਭੇਜ ਕੇ, ਹੁਕਮਨਾਮੇ ਭੇਜ ਕੇ ਤੇ ਇੱਥੇ ਇਕੱਠ ਕੀਤਾ। 80,000 ਦਾ ਇਕੱਠ ਉਸ ਵਕਤ ਇਸ ਸਥਾਨ ਤੇ ਤਖ਼ਤ ਸਾਹਿਬ ਤੇ ਹੋਇਆ ਜੀ। ਤੇ ਸਤਿਗੁਰਾਂ ਨੇ ਉਸ ਦਿਨ ਵਿਸਾਖੀ ਵਾਲੇ ਦਿਨ 1699 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਵੇਲੇ ਦੀਵਾਨ ਸਜਾਇਆ। ਔਰ ਜਿਹੜਾ ਪੰਡਾਲ ਉਸ ਵਕਤ ਸ਼ਮਿਆਨਾ ਗੁਰੂ ਸਾਹਿਬ ਨੇ ਲਾਇਆ, ਇੱਥੇ ਪੰਥ ਪ੍ਰਗਟ ਕੀਤਾ ਜੀ, ਉਹ ਇਤਿਹਾਸ ਕਹਿੰਦਾ ਕਿ 2.5 ਲੱਖ ਰੁਪਈਆ ਜੋ ਉਸ ਵਕਤ ਦੀ ਕਰੰਸੀ ਸੀ, 2.5 ਲੱਖ ਰੁਪਈਆ ਉਸ ਵਕਤ ਦਾ ਸ਼ਮਿਆਨੇ ਤੇ ਲੱਗਾ, ਜੋ ਕਿ ਅੱਜ ਦੇ ਜੇਕਰ ਦੇਖੀਏ ਹਿਸਾਬ ਕਰਕੇ ਤਾਂ ਬਹੁਤ ਵੱਡੀ ਇੱਕ ਰਕਮ ਬਣ ਜਾਂਦੀ ਹੈ, ਜਿਹੜੀ ਸ਼ਾਇਦ ਇਹਦੇ ਹਿੱਸੇ ਵੀ ਮੁੱਕ ਜਾਂਦੇ ਹੋਣਗੇ। ਸਹੀ ਗੱਲ ਹੈ। ਤੇ ਸਤਿਗੁਰਾਂ ਨੇ ਇੱਥੇ ਉਸ ਵਕਤ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਹੋਇਆ। ਕੀਰਤਨ ਦੀ ਸਮਾਪਤੀ ਤੋਂ ਬਾਅਦ ਆਪਣੇ ਹੱਥ ਵਿੱਚ ਸ੍ਰੀ ਸਾਹਿਬ ਲੈ ਕੇ ਸਤਿਗੁਰੂ ਸਟੇਜ ਤੇ ਆਉਂਦੇ ਆ ਤੇ ਆ ਕੇ ਸਿੱਖਾਂ ਦੇ ਕੋਲੋਂ ਜਿਹੜਾ 80,000 ਦਾ ਇਕੱਠ ਸੀ, ਇੱਕ ਸਿਰ ਦੀ ਮੰਗ ਕਰਦੇ ਨੇ ਕਿ ਅੱਜ ਗੁਰੂ ਕੇ ਸਿੱਖੋ, ਗੁਰੂ ਨਾਨਕ ਦੇ ਘਰ ਵਿੱਚ ਇੱਕ ਸਿੱਖ ਦੇ ਸਿਰ ਦੀ ਲੋੜ ਹੈ। ਔਰ ਇਹ ਇੱਕ ਵੱਖਰੀ ਕਿਸਮ ਦੀ ਭੇਟਾ ਸੀ। ਜਵਾਨੀਆਂ ਮੰਗੀਆਂ ਸਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਿ ਜਵਾਨ ਭੇਟ ਕੀਤੇ ਜਾਣ, ਸ਼ਸਤਰ ਭੇਟ ਕੀਤੇ ਜਾਣ, ਘੋੜੇ ਭੇਟ ਕੀਤੇ ਜਾਣ। ਲੇਕਿਨ ਇਹ ਇੱਕ ਅਜੀਬ ਕਿਸਮ ਦੀ ਭੇਟਾ ਸੀ ਕਿ ਸਿਰ ਦੀ ਭੇਟਾ ਮੰਗ ਲੈਣੀ। ਔਰ ਵਾਕਈ ਆਪਣੇ ਆਪ ਵਿੱਚ ਬੜੀ ਅਚੰਭੇ ਵਾਲੀ ਇੱਕ ਕੌਤਕ ਸੀ ਕਿ ਗੁਰੂ ਸਾਹਿਬ ਕੀ ਕੌਤਕ ਕਰਨ ਲੱਗੇ ਨੇ। ਜਿਹੜੇ ਥੋੜ ਦਿਲੇ ਸਨ, ਕਮਜ਼ੋਰ, ਉਹ ਤਾਂ ਪੰਡਾਲ ਛੱਡ ਕੇ ਚਲੇ ਵੀ ਗਏ। ਮਾਤਾ ਜੀ ਕੋਲ ਜਾ ਕੇ ਸ਼ਿਕਾਇਤ ਵੀ ਕੀਤੀ ਕਿ ਮਾਤਾ ਜੀ ਅੱਜ ਗੁਰੂ ਸਾਹਿਬ ਨਵੇਂ ਕੰਮ ਕਰਨ ਲੱਗੇ ਨੇ। ਕਿਸੇ ਗੁਰੂ ਨੇ ਕਦੀ ਆਪਣੇ ਚੇਲਿਆਂ ਨੂੰ ਇਸ ਤਰ੍ਹਾਂ ਸਿਰ ਨਹੀਂ ਮੰਗਿਆ, ਸਿਰ ਨਹੀਂ ਲਏ ਉਹਨਾਂ ਦੇ, ਅੱਜ ਗੁਰੂ ਸਾਹਿਬ ਸਿਰ ਮੰਗ ਰਹੇ ਨੇ। ਬੜੀ ਅਜੀਬ ਕਿਸਮ ਦਾ ਵਰਤਾਰਾ ਹੋ ਰਿਹਾ। ਲੇਕਿਨ ਮਾਤਾ ਗੁਜਰ ਜੀ ਨੂੰ ਪਤਾ ਸੀ ਕਿ ਜੋ ਲਾਲ ਜੀ ਕਰ ਰਹੇ ਨੇ ਉਹ ਬਿਲਕੁਲ ਸਹੀ ਕਰ ਰਹੇ ਨੇ। ਔਰ ਸਤਿਗੁਰਾਂ ਨੇ ਆਵਾਜ਼ ਦਿੱਤੀ, ਪਹਿਲੀ ਆਵਾਜ਼ ਤੇ ਕੋਈ ਨਾ ਉੱਠਿਆ, ਇਤਿਹਾਸ ਜਿਵੇਂ ਕਹਿੰਦਾ, ਦੂਜੀ ਆਵਾਜ਼ ਤੇ ਵੀ ਕੋਈ ਨਾ ਉੱਠਿਆ, ਫਿਰ ਤੀਜੀ ਆਵਾਜ਼ ਤੇ ਲਾਹੌਰ ਦੇ ਰਹਿਣ ਵਾਲੇ ਭਾਈ ਦਇਆ ਰਾਮ ਜੀ ਉੱਠ ਖੜੇ ਹੋ ਗਏ। ਉਹਨਾਂ ਉੱਠ ਕੇ ਆ ਕੇ ਬੇਨਤੀ ਕੀਤੀ, ਮਹਾਰਾਜ ਮੇਰਾ ਸਿਰ ਹਾਜ਼ਰ ਹੈ। ਸਤਿਗੁਰੂ ਕਹਿੰਦੇ ਕਿੱਥੋਂ ਆਇਓ? ਕਹਿਣ ਲੱਗੇ ਜੀ ਲਾਹੌਰ ਤੋਂ। ਕਹਿੰਦੇ ਕਿ ਉਹ ਲਾਹੌਰ ਜਿਸ ਲਾਹੌਰ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੋਈ ਹੈ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਜਿਹਦੀ ਹਵਾ ਵਿੱਚ ਵੀ ਜ਼ਹਿਰ ਹੈ, ਜਿਸ ਦੇ ਪੌਣ ਪਾਣੀ ਵਿੱਚ ਵੀ ਜ਼ਹਿਰ ਹੈ, ਜਿਸ ਦੇ ਬੋਲਾਂ ਵਿੱਚ ਵੀ ਜ਼ਹਿਰ ਹੈ, ਜਿੱਥੇ ਹਰ ਵੇਲੇ ਕਹਿਰ ਵਰਤਦਾ, ਉਸ ਲਾਹੌਰ ਤੋਂ ਆਇਓ। ਨਾਮ ਕੀ ਹੈ? ਕਹਿਣ ਲੱਗੇ ਜੀ ਦਇਆ ਰਾਮ। ਕਹਿੰਦੇ ਲਾਹੌਰ ਤੋਂ ਦਇਆ ਆਈ ਹੈ, ਲਾਹੌਰ ਤੋਂ ਦਇਆ ਆਈ ਹੈ। ਤੇ ਸਤਿਗੁਰ ਕਹਿੰਦੇ ਫਿਰ ਲੜੋਗੇ? ਉਹ ਕਹਿੰਦੇ ਜੀ ਕੰਮ ਹਮਾਰਾ ਤੋਲੂ ਤੱਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉੱਡੇ ਡਰ ਸੇ ਮਰ ਜਾਊਂ, ਦੁਸ਼ਮਣ ਸੇ ਕੈਸੇ ਲੜ ਪਾਊਂ। ਸਤਿਗੁਰੂ ਅਸੀਂ ਤੇ ਦੁਕਾਨਦਾਰ ਹਾਂ, ਤੱਕੜੀਆਂ ਤੋਲਣਾ ਸਾਡਾ ਕੰਮ ਹੈ। ਐਸੀ ਤੇ ਕਦੇ ਨੰਗੇ ਕਰਦ ਹੱਥ ਵਿੱਚ ਫੜ ਕੇ ਨਹੀਂ ਵੇਖੀ, ਪਰ ਜੇ ਤੂੰ ਕਿਰਪਾ ਕਰੇਗਾ ਤੇ ਜ਼ਰੂਰ ਲੜਾਂਗਾ, ਜਿੱਥੇ ਕਹੇ ਜਦੋਂ ਕਹੇ ਜਿਵੇਂ ਕਹੇ ਸਤਿਗੁਰੂ ਲੜਾਂਗਾ। ਤੇ ਸਤਿਗੁਰੂ ਜੀ ਫਿਰ ਬਾਂਹ ਤੋਂ ਫੜ ਕੇ ਤੰਬੂ ਚ ਲੈ ਜਾਂਦੇ ਆ। ਉੱਥੇ ਵਰਤਾਰਾ ਵਰਤਦੇ, ਸਤਿਗੁਰੂ ਚੋਜ ਕਰਦੇ ਨੇ। ਤੇ ਲਹੂ ਲਿਬੜੀ ਸ੍ਰੀ ਸਾਹਿਬ ਲੈ ਕੇ ਕੁਝ ਸਮੇਂ ਬਾਅਦ ਫਿਰ ਆ ਕੇ ਉਸ 80,000 ਦੇ ਇਕੱਠ ਵਿੱਚੋਂ ਫਿਰ ਸਿਰ ਦੀ ਮੰਗ ਕਰਦੇ ਨੇ। ਦਿੱਲੀ ਦੇ ਰਹਿਣ ਵਾਲੇ ਹਸਨਾਪੁਰ ਦੇ ਭਾਈ ਧਰਮਦਾਸ ਉੱਠ ਖੜੇ ਹੋਏ। ਕਹਿੰਦੇ ਕਿੱਥੋਂ ਆਏ ਹੋ? ਕਹਿੰਦੇ ਦਿੱਲੀ ਤੋਂ। ਨਾਮ ਕੀ ਹੈ? ਕਹਿੰਦੇ ਧਰਮਦਾਸ। ਕਹਿੰਦੇ ਦਿੱਲੀ ਚੋਂ ਧਰਮ ਆਇਆ, ਜਿਹੜੇ ਦਿੱਲੀ ਹੈ ਹੀ ਅਧਰਮੀਆਂ ਦੀ, ਜਿਸ ਦਿੱਲੀ ਦੇ ਹਾਕਮਾਂ ਨੇ ਤਖਤ ਹਾਸਲ ਕਰਨ ਵਾਸਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਕਤਲ ਤੱਕ ਕਰ ਦਿੱਤੇ। ਆਪਾਂ ਇਤਿਹਾਸ ਪੜ੍ਹਦੇ ਹਾਂ, ਜਹਾਂਗੀਰ ਨੇ ਕਤਲ ਕੀਤੇ, ਸ਼ਾਹਜਹਾਨ ਨੇ ਕਤਲ ਕੀਤੇ, ਔਰੰਗਜ਼ੇਬ ਨੇ ਕਤਲ ਕੀਤੇ, ਤਾਂ ਉਹਨਾਂ ਦੀਆਂ ਛਾਤੀਆਂ ਦੇ ਉੱਤੇ ਬਹਿ ਕੇ ਤਖਤ ਦੇ ਉੱਤੇ ਉਹਨਾਂ ਨੇ ਰਾਜ ਕੀਤਾ। ਜਿਹੜੇ ਦਿੱਲੀ 'ਚ ਕਦੇ ਧਰਮ ਵਰਤਿਆ ਨਹੀਂ, ਉਸ ਦਿੱਲੀ ਵਿੱਚੋਂ ਆਏ ਹੋ। ਕਹਿੰਦੇ ਬਾਂਹ ਤੋਂ ਫੜ ਕੇ ਅੰਦਰ ਲੈ ਗਏ। ਫਿਰ ਵਰਤਾਰਾ ਵਰਤਾਇਆ, ਚੋਜ ਵਰਤਾਇਆ ਸਤਿਗੁਰਾਂ ਨੇ। ਫਿਰ ਨੰਗੀ ਸ੍ਰੀ ਸਾਹਿਬ ਲੈ ਕੇ ਫਿਰ ਮੰਗ ਕੀਤੀ। ਇਸੇ ਤਰ੍ਹਾਂ ਇਤਿਹਾਸ ਲੰਬਾ ਹੋ ਜਾਏਗਾ। ਸਤਿਗੁਰਾਂ ਨੇ ਉਹਨਾਂ 5 ਗੁਰਸਿੱਖਾਂ ਦੇ ਸੀਸ ਲਏ, ਜਿਹੜੇ ਵੱਖ-ਵੱਖ
ਪ੍ਰਾਂਤਾਂ ਚੋਂ, ਵੱਖ-ਵੱਖ ਧਰਮਾਂ ਚੋਂ, ਵੱਖ-ਵੱਖ ਜਾਤਾਂ ਚੋਂ, ਵੱਖ-ਵੱਖ ਪਰਿਵਾਰਾਂ ਚੋਂ ਇੱਥੇ ਉਸ ਵਕਤ ਆਏ ਹੋਏ ਸਨ ਤੇ ਉਹਨਾਂ ਨੂੰ ਸਤਿਗੁਰਾਂ ਨੇ ਅੰਮ੍ਰਿਤ ਛਕਾਇਆ ਜੀ। ਉਸੇ ਦਿਨ ਉਹਨਾਂ ਦੇ ਸੀਸ ਲੈ ਕੇ ਸਤਿਗੁਰਾਂ ਨੇ ਹੇਠਾਂ ਸਰਬਲੋ ਦਾ ਬਾਟਾ ਸਜਾਇਆ, ਦਰਿਆ ਚ ਮੰਗਵਾ ਕੇ ਜਲ ਪਾਇਆ, ਮਾਤਾ ਜੀ ਨੇ ਪਤਾਸੇ ਪਾਏ ਤੇ ਗੁਰੂ ਸਾਹਿਬ ਨੇ ਵੀਰ ਆਸਣ ਬੈਠ ਕੇ 5 ਬਾਣੀਆਂ ਦਾ ਜਾਪ ਕਰਕੇ ਤੇ ਅੰਮ੍ਰਿਤ ਤਿਆਰ ਕੀਤਾ। ਜਿਸ ਕਾਰਜ ਵਾਸਤੇ ਸਤਿਗੁਰੂ ਆਏ ਸਨ ਉਸ ਕਾਰਜ ਨੂੰ ਸਤਿਗੁਰਾਂ ਨੇ ਫਿਰ ਇੱਥੇ ਉਸ ਤੇਰੇ ਨੇਪਰੇ ਚਾੜਿਆ ਤੇ ਪਹਿਲੀ ਫਤਿਹ ਸਤਿਗੁਰਾਂ ਨੇ ਭਾਈ ਦਇਆ ਸਿੰਘ ਜੀ ਨੂੰ ਬੁਲਾਈ, ਮੁੱਖ ਵਿੱਚ ਤਿਆਰ ਕੀਤਾ ਹੋਇਆ ਅੰਮ੍ਰਿਤ ਪਾ ਕੇ ਕਿਹਾ ਸੀ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਭਾਈ ਦਇਆ ਸਿੰਘ ਜੀ ਨੇ ਅੱਗੋਂ ਫਤਿਹ ਦਾ ਜਵਾਬ ਫਤਿਹ ਵਿੱਚ ਬੋਲ ਕੇ ਦਿੱਤਾ। 5 ਚੋਲੇ ਛਕਣ ਵਾਸਤੇ ਦਿੱਤੇ, 5 ਨੇਤਰਾਂ ਚ ਪਾਏ ਕੇ 5 ਕੇਸਾਂ ਚ ਪਾਏ ਤੇ ਉਹਨਾਂ 5 ਨੂੰ ਮੁੜ ਸੁਰਜੀਤ ਕਰਕੇ ਤਿਆਰ ਕਰਕੇ ਤੇ ਨਾਮ ਦੇ ਦਿੱਤਾ। ਇਹ ਮੇਰੇ 5 ਪਿਆਰੇ ਨੇ। ਜਿਹੜੀ ਪੰਚ ਪ੍ਰਧਾਨੀ ਮਰਿਆਦਾ ਸੀ ਜੀ ਪੰਥ ਵਿੱਚ ਚੱਲਦੀ ਆਉਂਦੀ ਪਹਿਲਾਂ ਤੋਂ ਹੀ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚ ਪਵਿੱਤਰ ਗਹਿਮਾਨ, ਉਸ ਪੰਚ ਪ੍ਰਧਾਨ ਦੀ ਮਰਿਆਦਾ ਨੂੰ ਸਤਿਗੁਰਾਂ ਨੇ ਕਾਇਮ ਕੀਤਾ ਔਰ ਜਿਹੜੀ ਚਰਨ ਪਾਹੁਲ ਦੀ ਮਰਿਆਦਾ ਸੀ ਉਹਨੂੰ ਸਤਿਗੁਰਾਂ ਨੇ ਖਤਮ ਕਰਕੇ ਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ, ਖੰਡੇ ਬਾਟੇ ਦੀ ਪਾਹੁਲ ਦੀ ਮਰਿਆਦਾ ਵਿੱਚ ਗੁਰੂ ਸਾਹਿਬ ਨੇ ਤਬਦੀਲ ਕੀਤਾ ਕਿ ਅੱਜ ਤੋਂ ਬਾਅਦ ਕੋਈ ਇਕੱਲਾ ਦੁਕੱਲਾ ਆਪਣੇ ਪੈਰ ਧੋ ਕੇ ਕਿਸੇ ਨੂੰ ਚਰਨ ਪਾਹੁਲ ਨਹੀਂ ਦੇਗਾ। ਪੰਜ ਪ੍ਰਧਾਨੀ ਮਰਿਆਦਾ ਸ਼ੁਰੂ ਕੀਤੀ ਕਿ 5 ਪਿਆਰੇ ਹੀ ਅੰਮ੍ਰਿਤ ਪਾਨ ਜਿਸ ਨੂੰ ਕਰਵਾਉਣਗੇ ਉਹੀ ਪ੍ਰਵਾਨ ਹੋਏਗਾ, ਜਿਸ ਨੂੰ 5 ਪਿਆਰੇ ਦੀਖਿਆ ਦੇਣਗੇ ਉਹੀ ਪ੍ਰਵਾਨ ਹੋਏਗਾ। ਇਕੱਲਾ ਦੁਕੱਲਾ ਕਿਸੇ ਨੂੰ ਕੋਈ ਗੁਰ ਦੀਖਿਆ ਵੀ ਨਹੀਂ ਦੇ ਸਕਦਾ। ਇਸ ਕਰਕੇ ਸਤਿਗੁਰਾਂ ਨੇ ਉਸ ਦਿਨ ਪੰਜ ਪ੍ਰਧਾਨੀ ਮਰਿਆਦਾ ਇੱਥੇ ਕਾਇਮ ਕੀਤੀ। 5 ਪਿਆਰੇ ਸਾਜੇ ਔਰ ਖਾਲਸਾ ਪੰਥ ਨੂੰ ਸਤਿਗੁਰਾਂ ਨੇ ਇਸ ਪਾਵਨ ਅਸਥਾਨ ਤੇ ਉਸ ਦਿਨ ਪ੍ਰਗਟ ਕਰਕੇ ਸਾਨੂੰ ਸਿੰਘ ਦੀ ਉਪਾਧੀ ਬਖਸ਼ਿਸ਼ ਕੀਤੀ। ਸਾਨੂੰ ਸਿੰਘ ਸ਼ਬਦ ਸਾਡੇ ਨਾਮ ਨਾਲ ਸਤਿਗੁਰਾਂ ਨੇ ਲਾਇਆ, ਕੌਰ ਸ਼ਬਦ ਲਾਇਆ ਜੀ। ਔਰ ਕਲਗੀਧਰ ਪਾਤਸ਼ਾਹ ਨੇ ਆਪ ਵੀ 5 ਪਿਆਰੇ ਸਾਹਿਬਾਨ ਦੇ ਕੋਲੋਂ ਖੰਡੇ ਬਾਟੇ ਦੀ ਪਾਹੁਲ ਛਕ ਕੇ ਆਪਣੇ ਨਾਮ ਦੇ ਨਾਲ ਵੀ ਰਾਏ ਸ਼ਬਦ ਹਟਾ ਕੇ ਤੇ ਸਿੰਘ ਸ਼ਬਦ ਜਿਹੜਾ ਸੀ ਉਹ ਲਾਇਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੋਬਿੰਦ ਰਾਏ ਤੋਂ ਉਸ ਦਿਨ ਗੋਬਿੰਦ ਸਿੰਘ ਇਸ ਪਾਵਨ ਸਥਾਨ ਤੇ ਬਣੇ ਸਨ। ਬਿਲਕੁਲ ਬਹੁਤ ਵੱਡਾ ਇਹ ਵਰਤਾਰਾ ਜਿਹੜਾ ਇਸ ਅਸਥਾਨ ਤੇ ਵਰਤਿਆ ਤੇ ਨਾਲ ਹੀ ਸਿੰਘ ਸਾਹਿਬ ਜੀ ਨੇ ਸਾਨੂੰ ਉਹ ਮਰਿਆਦਾ ਬਾਰੇ, ਕੁਝ ਸਿਧਾਂਤ ਬਾਰੇ ਵੀ ਜਿੱਥੇ ਦੱਸਿਆ। ਇੱਕ ਸਿੰਘ ਸਾਹਿਬ ਜੀ ਜਦੋਂ ਆਪ ਜੀ ਬਚਨ ਕਰ ਰਹੇ ਸੀ ਮੇਰੇ ਮਨ 'ਚ ਇੱਕ ਸਵਾਲ ਆਇਆ। ਕਈ ਵਾਰੀ ਸਾਨੂੰ ਕਿਸੇ ਦੂਸਰੇ ਧਰਮਾਂ ਵਾਲੇ ਜਿਹੜੇ ਸਾਡਾ ਪ੍ਰੋਗਰਾਮ ਦੇਖਦੇ ਨੇ ਏਕਨੂਰ ਤੇ ਉਹਨਾਂ ਦੇ ਮਨ 'ਚ ਕੁਝ ਜਿਗਿਆਸਾ ਆਉਂਦੀ ਕਿ ਉਹ ਮੈਨੂੰ ਵੀ ਕਿ ਇੱਕ ਦੋ ਵਾਰੀ ਇੱਦਾਂ ਦੇ ਫੋਨ ਆਏ, ਉਹ ਕਹਿੰਦੇ ਸੀ ਵੀ ਅਸੀਂ ਨਾਮ ਲੈਣਾ ਜੀ, ਅਸੀਂ ਤੁਹਾਡਾ ਪ੍ਰੋਗਰਾਮ ਦੇਖਦੇ ਹਾਂ, ਉਹਦੇ 'ਚ ਨਾਮ ਦੀ ਬੜੀ ਮਹਿਮਾ ਹੁੰਦੀ ਹੈ ਤੇ ਅਸੀਂ ਚਾਹੁੰਦੇ ਵੀ ਅਸੀਂ ਵੀ ਨਾਮ ਲਈਏ ਤਾਂ ਅਸੀਂ ਕਿੱਦਾਂ ਨਾਮ ਲੈ ਸਕਦੇ ਹਾਂ। ਸੋ ਮੈਂ ਚਾਹਾਂਗਾ ਕਿ ਅੱਜ ਦਾ, ਕਿਉਂਕਿ ਸਾਡੇ ਅੰਮ੍ਰਿਤ ਸੰਸਕਾਰ ਦਾ ਹਿੱਸਾ ਹੈ, ਤੇ ਤੁਸੀਂ ਥੋੜਾ ਜਿਹਾ ਇਹਦੇ ਉੱਤੇ ਵੀ ਚਾਨਣ ਦਿੰਦੇ ਸਨ। ਦੇਖੋ, ਜਿਹੜੀ ਸਿੱਖ ਧਰਮ ਦੇ ਵਿੱਚ ਸ਼ਾਮਲ ਹੋਣ ਦੀ ਜਿਹੜੀ ਮਰਿਆਦਾ ਉਹ ਇਹ ਹੈ ਕਿ ਜਦ ਤੱਕ 5 ਪਿਆਰੇ ਅੰਮ੍ਰਿਤ ਨਾ ਛਕਾਉਣ, ਕਿਉਂਕਿ ਜਿੱਦਾਂ ਤੁਸੀਂ ਸਵਾਲ ਕੀਤਾ ਕਿ ਕਈ ਲੋਕ ਇਹ ਸਵਾਲ ਕਰਦੇ ਆ ਕਿ ਅਸੀਂ ਨਾਮ ਲੈਣਾ ਚਾਹੁੰਦੇ ਆ, ਦੇਖੋ ਉਹਨਾਂ ਨੂੰ ਇਹੋ ਜਵਾਬ ਦਿਓ ਕਿ ਸਿੱਖ ਧਰਮ ਵਿੱਚ ਜਿਹੜੀ ਮਰਿਆਦਾ ਹੈ ਉਹ ਪੰਜ ਪ੍ਰਧਾਨੀ ਮਰਿਆਦਾ ਹੈ। 5 ਪਿਆਰੇ ਹੀ ਨਾਮ ਦੇ ਸਕਦੇ ਹਨ, ਕਿਉਂਕਿ ਲੋਕਾਂ ਦੇ ਮਨਾਂ ਵਿੱਚ ਹੈ ਕਿ ਜਿਵੇਂ ਇਕੱਲੇ ਦੁੱਕਲੇ ਜਿਵੇਂ ਕਈ ਹੋਰ ਮੱਤਾਂ ਵਾਲੇ ਨੇ, ਉਹ ਲੋਕਾਂ ਨੂੰ ਗੁੰਮਰਾਹ ਕਰਦੇ ਆ, ਕੰਨ ਵਿੱਚ ਕੋਈ ਨਾ ਕੁਝ ਦੱਸ ਦੇਣਾ। ਉਹ ਦੱਸਦੇ ਕੀ ਆ ਕੋਈ ਪਤਾ ਨਹੀਂ, ਕਿਉਂਕਿ ਉਹਨਾਂ ਨੂੰ ਨਾਲ ਹੀ ਇਹ ਕਹਿ ਦਿੰਦੇ ਆ ਕਿ ਜੇ ਤੂੰ ਕਿਸੇ ਨਾਲ ਸਾਂਝਾ ਕੀਤਾ ਤੇ ਤੇਰੀ ਜ਼ੁਬਾਨ 'ਚ ਕੀੜੇ ਪੈ ਜਾਣਗੇ, ਤੇਰਾ ਨੁਕਸਾਨ ਹੋ ਜਾਏਗਾ। ਜਿਹੜਾ ਨਾਮ ਹੈ ਉਹ ਕਿਸੇ ਦੀ ਜ਼ੁਬਾਨ 'ਚ ਕੀੜੇ ਥੋੜ੍ਹੇ ਪਾਏਗਾ। ਨਾਮ ਤੇ ਆਨੰਦ ਦਿੰਦਾ, ਨਾਮ ਤੇ ਰਸ ਦਿੰਦਾ, ਨਾਮ ਤੇ ਇੱਕ ਰੁਤਬਾ, ਇੱਕ ਮੁਕਾਮ ਬਖਸ਼ਿਸ਼ ਕਰਦਾ ਬੰਦੇ ਨੂੰ। ਜਪਿਆ ਹੋਇਆ ਨਾਮ ਜਿਹੜਾ ਉਹ ਕਿਸੇ ਹੋਰ ਦੁਨੀਆ ਵਿੱਚ ਲੈ ਕੇ ਜਾਂਦਾ ਉਹਨੂੰ। ਲੇਕਿਨ ਉਹ ਆਪਣਾ ਆਪ ਛੁਪਾਉਣ ਵਾਸਤੇ, ਆਪਣੀ ਦੁਕਾਨਦਾਰੀ ਚਲਾਉਣ ਵਾਸਤੇ ਉਹ ਲੋਕ ਜਿਹੜੇ ਨੇ ਉਹ ਇਕੱਲੇ ਨੂੰ ਬੁਲਾ ਕੇ ਤੇ ਉਹਦੇ ਕੰਨ ਵਿੱਚ ਕੁਝ ਕਹਿੰਦੇ ਆ। ਕਹਿੰਦੇ ਕੀ ਨੇ ਕਿਸੇ ਨੂੰ ਕੋਈ ਪਤਾ ਨਹੀਂ, ਕਿਉਂਕਿ ਦੱਸਣ ਤੇ ਪਾਬੰਦੀ ਹੁੰਦੀ, ਦੱਸਣਾ ਹੀ ਨਹੀਂ। ਲੇਕਿਨ ਸਤਿਗੁਰੂ ਜੀ ਦੀ ਪਾਵਨ ਬਾਣੀ ਜਿਹੜੀ ਹੈ ਉਹ ਸਾਡੇ ਤੇ ਕਿਰਪਾ ਕਰਦੀ ਹੈ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਜੇ ਅਸੀਂ ਆਪ ਜਪਦੇ ਹਾਂ ਤਾਂ ਅਸੀਂ ਆਪਣੀ ਜ਼ੁਬਾਨ ਨਾਲ ਜਪਦੇ ਹਾਂ, ਉੱਚੀ ਉੱਚੀ ਬੋਲ ਕੇ ਅਸੀਂ ਜਪਦੇ ਹਾਂ। ਜੇਕਰ ਅਸੀਂ ਕਿਸੇ ਨੂੰ ਜਪਾਉਂਦੇ ਹਾਂ ਤਾਂ ਅਸੀਂ ਉੱਚੀ ਬੋਲ ਕੇ ਜਪਾਉਂਦੇ ਹਾਂ। ਇੱਕ ਨਾਮ ਜਪਾਉਣਾ ਹੋਰ ਗੱਲ ਹੈ, ਇੱਕ ਨਾਮ ਦੇਣਾ ਹੋਰ ਗੱਲ ਹੈ। ਜਿਹੜੀ ਗੁਰ ਦੀਖਿਆ ਵਾਹਿਗੁਰੂ ਗੁਰ ਮੰਤਰ ਦੇਣਾ ਜਾਂ ਮੂਲ ਮੰਤਰ ਦੀ ਬਖਸ਼ਿਸ਼ ਕਰਨੀ, ਮੂਲ ਮੰਤਰ ਦ੍ਰਿੜ ਕਰਵਾਉਣਾ, ਇਹ ਜਿਹੜਾ ਇਹ ਕੇਵਲ ਤੇ ਕੇਵਲ ਅਧਿਕਾਰ 5 ਪਿਆਰੇ ਸਾਹਿਬਾਨ ਨੂੰ ਹੀ ਹੈ। ਕੋਈ ਇਕੱਲਾ ਦੁਕੱਲਾ ਨਹੀਂ ਦੇ ਸਕਦਾ।
ਜੇਕਰ ਕੋਈ ਨਾਮ ਸਿੱਖ ਪੰਥ ਵਿੱਚ ਨਾਮ ਲੈਣਾ ਚਾਹੁੰਦਾ ਹੈ ਤੇ ਉਹਨੂੰ ਪੰਜ ਪਿਆਰੇ ਸਾਹਿਬਾਨ ਕੋਲ ਪੇਸ਼ ਹੋ ਕੇ ਅੰਮ੍ਰਿਤਪਾਨ ਕਰਕੇ ਤੇ ਗੁਰਮਤਿ ਦੀ ਜਿਹੜੀ ਰਹਿਣੀ ਬਹਿਣੀ ਹੈ ਉਹਦੇ ਧਾਰਨੀ ਹੋਣਾ ਪਏਗਾ। ਬਿਲਕੁਲ। ਸੋ ਮੈਂ ਸਮਝਦਾ ਬਹੁਤ ਸਾਰੇ ਜਿਗਿਆਸੂ ਨੂੰ ਅੱਜ ਇਸ ਗੱਲ ਦਾ ਵੀ ਜਵਾਬ ਮਿਲਿਆ ਹੋਏਗਾ, ਕਿਉਂਕਿ ਖਾਸ ਤੌਰ ਤੇ ਹੁਣ ਕਿਸਾਨੀ ਸੰਘਰਸ਼ ਦੇ ਦੌਰਾਨ ਬਹੁਤ ਸਾਰੇ ਜਾਟ ਨੌਜਵਾਨ ਜਿਹੜੇ ਨੇ ਉਹ ਸਿੱਖੀ ਵਾਲੇ ਪਾਸੇ ਉਹਨਾਂ ਦਾ ਰੁਝਾਨ ਵੱਧ ਰਿਹਾ। ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਅਸੀਂ ਸਿੱਖੀ ਤੋਂ ਵਿਛੜੇ ਸੀ, ਕੋਈ 50 ਸਾਲ ਪਹਿਲਾਂ ਜਾਂ 80 ਸਾਲ ਪਹਿਲਾਂ ਸਾਨੂੰ ਥੋੜ੍ਹਾ ਦੂਰ ਕਰ ਦਿੱਤਾ ਗਿਆ, ਅਸੀਂ ਦੁਬਾਰਾ ਆਪਣੇ ਉਸ ਮੂਲ ਨਾਲ ਜੁੜਨਾ ਚਾਹੁੰਦੇ ਹਾਂ। ਸੋ ਮੈਂ ਸਮਝਦਾ ਕਿ ਜਿਹੜੇ ਇਸ ਢੰਗ ਦੇ ਜਿਹੜੇ ਨੌਜਵਾਨ ਨੇ ਜਾਂ ਜਾਟ ਭਰਾ ਨੇ ਜਿਹੜੇ ਸਿੱਖੀ ਵੱਲ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਤੁਸੀਂ ਕੀ ਇੱਥੋਂ ਇਸ ਤੱਕ ਸਭ ਤੋਂ ਸੁਨੇਹਾ ਦੇਣਾ ਚਾਹੋਗੇ ਜੀ? ਦੇਖੋ, ਇਹ ਸਾਡਾ ਇੱਕ ਜਿਹੜਾ ਸਿੱਖ ਧਰਮ ਹੈ, ਖਾਲਸਾ ਪੰਥ ਹੈ, ਇਹ ਇੱਕ ਨਿਰੋਲ ਹੈ ਔਰ ਬਿਲਕੁਲ ਨਿਆਰਾ ਹੈ, ਬਿਲਕੁਲ ਇਹ ਖਾਲਸ ਹੈ। ਕਿਤੇ ਨਾ ਕਿਤੇ ਸੰਸਾਰ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਨੇ, ਬਹੁਤ ਸਾਰੀਆਂ ਐਸੀਆਂ ਥਾਵਾਂ ਸਾਡੇ ਸੁਣਨ ਵਿੱਚ ਆ ਰਹੀਆਂ ਨੇ, ਆਉਂਦੀਆਂ ਨੇ ਕਿ ਕਿਤੇ ਨਾ ਕਿਤੇ ਕਿਸੇ ਸਮੇਂ ਉਹ ਪੰਥ ਨਾਲ ਜੁੜੇ ਸਨ ਔਰ ਸਾਡੀ ਕਮਜ਼ੋਰੀ ਕਹਿ ਲਓ ਜਾਂ ਕੁਛ ਪਿਛਲੇ ਸਮਿਆਂ ਦੇ ਹਾਲਾਤ ਹੀ ਸਾਡੇ ਸਦੀਆਂ ਪਹਿਲਾਂ ਸਾਡੇ ਹਾਲਾਤ ਹੀ ਐਸੇ ਰਹੇ ਸਨ ਕਿ ਅਸੀਂ ਉਹਨਾਂ ਤੱਕ ਆਪਣੀ ਜਿਹੜੀ ਪਹੁੰਚ ਸੀ ਉਹ ਨਹੀਂ ਬਣਾ ਸਕੇ। ਪਰ ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਉਹ ਸ਼ੇਰ ਦਾ ਬੱਚਾ ਜਾ ਕੇ ਰਲ ਗਿਆ ਸੀ ਗਿੱਦੜਾਂ ਵਿੱਚ, ਕਿ ਜਦੋਂ ਉਹਨੂੰ ਪਤਾ ਲੱਗਾ, ਜਦੋਂ ਸ਼ੇਰ ਦੀ ਫੁੰਕਾਰ ਸੁਣੀ, ਉਹਨੇ ਸ਼ੇਰ ਦੀ ਗੱਜ ਸੁਣੀ ਤੇ ਉਹਨੇ ਉਹ ਵੀ ਅੱਗੋਂ ਬੋਲਿਆ ਤਾਂ ਕਹਿੰਦਾ ਕਿ ਮੈਂ ਵੀ ਇਹਦੇ ਵਰਗਾ ਬੋਲਦਾ, ਮਤਲਬ ਮੈਂ ਗਿੱਦੜ ਨਹੀਂ, ਮੈਂ ਤਾਂ ਸ਼ੇਰ ਹਾਂ। ਕਿਤੇ ਨਾ ਕਿਤੇ ਉਹ ਲੋਕ ਜਿਹੜੇ ਸਾਡੇ ਤੋਂ ਦੂਰ ਹੋ ਗਏ ਸਨ ਜਾਂ ਸਾਡੀਆਂ ਕਮਜ਼ੋਰੀਆਂ ਕਰਕੇ ਕਹਿ ਲਓ ਜਾਂ ਸਮੇਂ ਦੇ ਹਾਲਾਤਾਂ ਕਰਕੇ ਕਹਿ ਲਓ, ਉਹ ਜੇਕਰ ਆਪਣੇ ਪੰਥ ਵਿੱਚ ਆਪਣੇ ਗੁਰੂ ਨਾਲ ਵਾਪਸ ਆ ਕੇ ਆਪਣੇ ਗੁਰੂ ਦੀ ਮਰਿਆਦਾ ਨੂੰ ਗ੍ਰਹਿਣ ਕਰਦੇ ਤਾਂ ਮੈਂ ਕਹਿੰਦਾ ਇੱਕ ਬੜੀ ਚੰਗੀ ਗੱਲ ਹੈ। ਔਰ ਇੱਕ ਸਿੱਖ ਪੰਥ ਐਸਾ ਪੰਥ ਹੈ ਕਿ ਜਿਹੜਾ ਕੇਵਲ ਤੇ ਕੇਵਲ ਪਰਮਾਰਥ ਦੀ ਗੱਲ ਕਰਦਾ, ਪਦਾਰਥ ਦੀ ਗੱਲ ਨਹੀਂ ਕਰਦਾ। ਔਰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ, ਇਹਦੇ ਵਿੱਚ ਇਤਿਹਾਸ ਕੋਈ ਨਹੀਂ ਹੈ, ਇਹ ਕੇਵਲ ਤੇ ਕੇਵਲ ਪਰਮਾਰਥ ਦਾ ਰਸਤਾ ਤੇ ਪਰਮਾਰਥ ਦੀ ਗੱਲ ਕਰਦੀ ਹੈ। ਪਰਮਾਰਥ ਦੇ ਕੋਲ ਜਾਣ ਦਾ ਸਾਨੂੰ ਜਿਹੜਾ ਉਹ ਰਸਤਾ ਜਿਹੜਾ ਉਹ ਕੇਵਲ ਤੇ ਕੇਵਲ ਗੁਰਬਾਣੀ ਦੱਸਦੀ ਹੈ। ਇਸ ਕਰਕੇ ਜਿਸ ਪੰਥ ਵਿੱਚ ਸੇਵਾ ਦਾ ਤੇ ਸਿਮਰਨ ਦਾ ਇੰਨਾ ਵਧੀਆ ਕਨਸੈਪਟ ਹੈ ਕਿ ਜੇਕਰ ਉਹ ਲੋਕ ਅੱਜ ਤੁਹਾਡੇ ਵੱਲ ਨੂੰ ਖਿੱਚੇ ਹੋਏ ਆਏ ਆ, ਪ੍ਰੇਰਿਤ ਹੋਏ ਆ, ਤੇ ਇਹਦਾ ਕਾਰਨ ਜਿਹੜਾ ਉਹ ਹੈ ਕਿ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਉਹਦੇ ਵਿੱਚ ਜਿਹੜੀ ਸਿੱਖ ਸੰਗਤ ਨੇ ਦੇਸ਼ਾਂ ਵਿਦੇਸ਼ਾਂ ਤੋਂ ਇੱਥੋਂ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ, ਸਾਡੇ ਨੌਜਵਾਨ ਬੱਚੇ ਬੱਚੀਆਂ ਨੇ ਜਿਹੜੀ ਉੱਥੇ ਸੇਵਾ ਕੀਤੀ ਹੈ ਔਰ ਜਿੰਨਾ ਵੱਡਾ ਇੱਕ ਤਿਆਗ ਦਾ ਉੱਥੇ ਜਿਹੜੀ ਉਹਨਾਂ ਨੇ ਸਬੂਤ ਦਿੱਤਾ ਉਹ ਕਿਸੇ ਹੱਦ ਤੱਕ ਇੱਕ ਬਹੁਤ ਵੱਡਾ ਪ੍ਰਚਾਰ ਦਾ ਕਾਰਨ ਬਣਿਆ। ਉਸ ਕਰਕੇ ਉਹ ਸਾਡੇ ਕਨਸੈਪਟ ਨੂੰ ਵੇਖ ਕੇ ਸਾਡੇ ਵੱਲ ਖਿੱਚੇ ਹੋਏ ਆਏ ਨੇ ਤੇ ਮੈਂ ਕਹਿੰਦਾ ਕਿ ਜੇਕਰ ਉਹ ਐਸਾ ਮਨ ਬਣਾਉਂਦੇ ਆ ਤੇ ਬਹੁਤ ਚੰਗੀ ਗੱਲ ਹੈ। ਉਹ ਪੰਜ ਪਿਆਰੇ ਸਾਹਿਬਾਨ ਕੋਲ ਪੇਸ਼ ਹੋਣ, ਇਸ ਸਰੂਪ ਦੇ ਧਾਰਨੀ ਬਣ, ਪੰਜ ਪਿਆਰੇ ਸਾਹਿਬਾਨ ਕੋਲ ਪੇਸ਼ ਹੋ ਕੇ ਤੇ ਖੰਡੇ ਬਾਟੇ ਦੀ ਪਾਹੁਲ ਛਕਣ ਔਰ ਸਵਾਗਤ ਹੈ ਉਹਨਾਂ ਦਾ ਜੇਕਰ ਉਹ ਆਉਂਦੇ ਆ ਤਾਂ। ਜੀ ਸੋ ਬਿਲਕੁਲ ਸਿੰਘ ਸਾਹਿਬ ਜੀ, ਜੋ ਜਾਣਕਾਰੀ ਮਿਲ ਰਹੀ ਹੈ ਕਿ 21 ਤਰੀਕ ਨੂੰ ਸ਼੍ਰੀ ਹਰਿਮੰਦਰ ਸਾਹਿਬ ਇੱਕ ਜਥਾ ਆ ਰਿਹਾ, ਉਹਨਾਂ ਜਾਟ ਨੌਜਵਾਨ ਤੇ ਹੋਰ ਸਾਰੇ ਉਹ ਇਕੱਠੇ ਹੋ ਕੇ ਆ ਰਹੇ ਨੇ ਮਹਾਰਾਜ ਨੂੰ ਸਮਰਪਿਤ ਹੋਣ ਦੇ ਵਾਸਤੇ। ਤੇ ਮੈਂ ਸਮਝਦਾ ਕਿ ਇੱਕ ਵੱਡੀ ਪਹਿਲ ਕਦਮੀ ਹੋਏਗੀ, ਕਿਉਂਕਿ ਅਸੀਂ ਸੁਣਦੇ ਹਾਂ ਅਕਸਰ ਕਿ ਅੰਬੇਦਕਰ ਦੇ ਸਮੇਂ ਵੀ ਉਹ ਵੀ ਆਉਣਾ ਚਾਹੁੰਦੇ ਸੀ, ਪਰ ਉਦੋਂ ਵੀ ਕੁਝ ਰਾਜਨੀਤੀ ਕੁਝ ਇੱਦਾਂ ਦੀ ਜਾਂ ਕੁਛ ਜਿਵੇਂ ਤੁਸੀਂ ਆਪ ਜੀ ਬਚਨ ਕਰਦੇ ਪਏ ਹੋ ਕਿ ਕੋਈ ਕਮੀਆਂ ਰਹਿ ਗਈਆਂ ਸਾਡੇ 'ਚ। ਸੋ ਮੈਂ ਸਮਝਦਾ ਕਿ ਇਹ ਮੌਕਾ ਜਿਹੜਾ ਇਹਨੂੰ ਕਿਸ ਢੰਗ ਨਾਲ ਆਪ ਜੀ ਦੇਖਦੇ ਹੋ ਜਾਂ ਕਿਵੇਂ ਦਾ ਤੁਸੀਂ ਚਾਹੋਗੇ ਕਿ ਉਹ ਉਹਨਾਂ ਨੂੰ ਕਿਵੇਂ ਉਤਸ਼ਾਹਤ ਜਾਂ ਸਤਿਕਾਰ ਭੇਟ ਕੀਤਾ ਜਾ ਸਕੇ? ਦੇਖੋ ਜੀ, ਸਾਥੇ ਤੇ ਸਤਿਗੁਰੂ ਸਾਹਿਬ ਜੀ ਦਾ ਪਾਵਨ ਬਚਨ ਹੈ ਕਿ ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹੋ ਬਿਰਧ ਸੁਆਮੀ ਸੰਦਾ। ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਜਿਹੜਾ ਉਪਦੇਸ਼ ਹੈ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਇਹ ਜਿਹੜੀ ਪਾਵਨ ਬਾਣੀ ਹੈ ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ ਨਹੀਂ ਹੈ, ਸਮੁੱਚੀ ਲੋਕਾਈ ਵਾਸਤੇ ਹੈ। ਔਰ ਜਿਹੜੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਏ ਨੇ ਸੰਸਾਰ ਤੇ, ਚੜਿਆ ਸੋਧਣ ਧਰਤ ਲੋਕਾਈ, ਕਿਸੇ ਇੱਕ ਖਿੱਤੇ ਦਾ, ਕਿਸੇ ਇੱਕ ਫਿਰਕੇ ਦਾ, ਕਿਸੇ ਇੱਕ ਧਰਮ ਦਾ, ਕਿਸੇ ਇੱਕ ਜਾਤ ਦਾ, ਕਿਸੇ ਇੱਕ ਮਜ਼ਹਬ ਦਾ ਭਾਈ ਗੁਰਦਾਸ ਨੇ ਜ਼ਿਕਰ ਨਹੀਂ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਕਿ ਚੜਿਆ ਸੋਧਣ ਧਰਤ ਲੋਕਾਈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸਮੁੱਚੇ ਸੰਸਾਰ ਦੇ ਗੁਰੂ ਨੇ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਪਾਵਨ ਉਪਦੇਸ਼ ਹੈ ਸਮੁੱਚੇ ਸੰਸਾਰ ਵਾਸਤੇ ਸਾਂਝਾ ਹੈ। ਜੇਕਰ ਐਸੀ ਗੱਲ ਹੈ, ਜਿਵੇਂ ਸਾਡੇ ਵੀ ਅਖਬਾਰਾਂ 'ਚ ਪੜ੍ਹਨ ਤੋਂ ਪਤਾ ਲੱਗ ਰਿਹਾ ਕਿ ਕੋਈ ਜੱਥਾ ਕੁਝ ਸੋਸ਼ਲ ਮੀਡੀਆ ਰਾਹੀਂ ਕਿ 21 ਅਪ੍ਰੈਲ ਨੂੰ ਇੱਕ ਜੱਥਾ ਆ ਰਿਹਾ ਜਿਹੜੇ ਸਿੱਖ ਧਰਮ ਨੂੰ ਗ੍ਰਹਿਣ ਕਰਨਾ ਚਾਹੁੰਦੇ ਨੇ, ਤੇ ਇਹ ਬੜੀ ਚੰਗੀ ਗੱਲ ਹੈ। ਉਹ ਆ ਕੇ ਅੰਮ੍ਰਿਤਪਾਨ ਕਰਦੇ ਆ ਤੇ ਉਹਨਾਂ ਦਾ ਸਿੱਖ ਧਰਮ ਵਿੱਚ ਆਉਣ ਤੇ ਸਵਾਗਤ ਹੈ। ਔਰ ਮੈਂ ਇਹ ਵੀ ਦੱਸਣਾ ਜ਼ਰੂਰ ਚਾਹੁੰਦਾ ਕਿ ਸਿੱਖ ਧਰਮ ਇੱਕ ਐਸਾ ਧਰਮ ਹੈ ਕਿ ਜਿਹੜਾ ਜਬਰੀ ਕਿਸੇ ਦਾ ਧਰਮ ਪਰਿਵਰਤਨ ਨਹੀਂ ਕਰਵਾਉਂਦਾ,
ਭਾਵੇਂ ਕਿ ਸਾਡੇ ਧਰਮ ਦੇ ਵਿੱਚ ਕੁਝ ਲੋਕ ਜਿਹੜੇ ਆਰਥਿਕ ਪੱਖ ਤੋਂ ਕਮਜ਼ੋਰ ਨੇ, ਕਿਤੇ ਨਾ ਕਿਤੇ ਗੁੰਮਰਾਹ ਹੋ ਕੇ ਦੂਜੇ ਪਾਸੇ ਵੱਲ ਜਾ ਰਹੇ ਨੇ, ਪਰ ਇਹ ਸਿੱਖੀ ਜਿਹੜੀ ਹੈ ਨਾ ਜੀ, ਇਹ ਸਿਰ ਦੇ ਕੇ ਮਿਲਦੀ ਹੈ। ਇਹ ਕਾਪੀਆਂ ਪੈਨਸਲਾਂ ਨਾਲ ਮਿਲਣ ਵਾਲੀ ਚੀਜ਼ ਨਹੀਂ। ਸਿੱਖੀ ਉਹ ਕਮਾ ਸਕਦਾ ਹੈ ਜਿਹੜਾ ਕਿਸੇ ਪ੍ਰਕਾਰ ਦਾ ਮਨ ਵਿੱਚ ਕੋਈ ਲਾਲਚ ਜਾਂ ਕੋਈ ਆਰਥਿਕ ਲਾਭ ਨਾ ਰੱਖਣ ਵਾਲਾ ਹੋਵੇ। ਇਸ ਕਰਕੇ ਇਹ ਬੜੀ ਵੱਡੀ ਅਣਮੁੱਲੀ ਦਾਤ ਹੈ। ਸਿੱਖੀ ਜਿਹੜੀ ਹੈ ਬੜੀ ਅਣਮੁੱਲੀ ਦਾਤ ਹੈ। ਇਹ ਕਲਗੀਧਰ ਪਾਤਸ਼ਾਹ ਨੇ ਸੀਸ ਲੈ ਕੇ ਬਖਸ਼ਿਸ਼ ਕੀਤੀ ਹੈ ਤੇ ਆਪਣੇ ਸਰਬੰਸ ਦੇ ਸੀਸ ਕੁਰਬਾਨ ਕਰਨ ਦਾ ਪ੍ਰਣ ਸਤਿਗੁਰੂ ਨੇ ਕੀਤਾ ਹੈ, ਔਰ ਸਰਬੰਸ ਦੇ ਸੀਸ ਗੁਰੂ ਸਾਹਿਬ ਨੇ ਕੁਰਬਾਨ ਕੀਤੇ ਵੀ ਨੇ। ਤੇ ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਜਿਹੜਾ ਗੁਰੂ ਘਰ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਆਉਂਦਾ ਹੈ, ਸਿੱਖ ਪੰਥ ਵਿੱਚ ਸ਼ਾਮਲ ਹੁੰਦਾ ਹੈ, ਤੇ ਉਹਦਾ ਸਵਾਗਤ ਹੈ। ਔਰ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਇਸ ਗੱਲ ਦਾ ਸਵਾਗਤ ਵੀ ਕਰਨਾ ਚਾਹੀਦਾ। ਬਿਲਕੁਲ, ਮੈਂ ਸਮਝਦਾ ਕਿ ਕੁਝ ਪਹਿਲ ਕਦਮੀਆਂ ਜਿਹੜੀਆਂ ਇਸ ਸਮੇਂ ਦੌਰਾਨ ਖਾਸ ਤੌਰ ਤੇ ਕਿਸਾਨ ਅੰਦੋਲਨ ਜਾਂ ਕਿਸਾਨ ਮੋਰਚਾ, ਜਿਹਨੂੰ ਕਿ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਸਾਡੇ ਬੜੇ ਨਾਮਵਰ ਲੀਡਰ ਗੁਰਨਾਮ ਸਿੰਘ ਚੜੂਨੀ, ਉਹਨਾਂ ਦਾ ਕਹਿਣਾ ਹੈ ਕਿ ਇੱਕ ਧਰਮ ਯੁੱਧ ਬਣ ਚੁੱਕਾ ਹੈ, ਕਿਉਂਕਿ ਧਰਮ ਦੇ ਰਾਹੀਂ ਹੀ ਇਹ ਮੋਰਚਾ ਚੱਲ ਰਿਹਾ ਹੈ। ਕਿਉਂਕਿ ਪਿੱਛੇ ਜਦੋਂ ਕਰਤਾਰਪੁਰ ਉਹਨਾਂ ਨੇ ਸਾਡੇ ਨਾਲ ਸਾਂਝ ਪਾਈ ਸੀ, ਤੇ ਉਹਨਾਂ ਦਾ ਕਹਿਣਾ ਸੀ ਕਿ ਇਹ ਤਾਂ ਰੱਬ ਦੀ ਮਿਹਰ ਦੇ ਨਾਲ ਮੋਰਚਾ ਚੱਲ ਰਿਹਾ, ਨਾ ਸਾਡੀ ਕੋਈ ਤੌਫੀਕ ਹੈ, ਨਾ ਸਾਡੇ ਕੋਲ ਕੋਈ ਇੰਨੇ ਸਾਧਨ ਨੇ, ਨਾ ਸਾਡੀ ਪਹੁੰਚ ਹੀ ਹੈ ਕਿ ਅਸੀਂ ਐਡਾ ਲੱਖਾਂ ਦਾ ਮੋਰਚਾ ਜਿਹੜਾ ਨੂੰ ਸੰਭਾਲ ਸਕੀਏ। ਸੋ ਧਰਮ ਮੈਂ ਸਮਝਦਾ ਇੱਥੇ ਪ੍ਰਗਟ ਹੋਇਆ ਇਸ ਮੋਰਚੇ ਦੇ ਰਾਹੀਂ। ਜਿਵੇਂ ਆਪ ਜੀ ਨੇ ਲੰਗਰ ਦੀ ਗੱਲ ਕੀਤੀ, ਕਿਉਂਕਿ ਅਜੇ ਆਪਾਂ ਦੇਖੀ ਸਿੰਘ ਸਾਹਿਬ ਕੁਝ ਸਾਲ ਪਹਿਲਾਂ ਨਾ ਬਹੁਤ ਇੱਕ ਗੱਲ ਸ਼ੁਰੂ ਹੋ ਗਈ ਸੀ ਕਿ ਲੰਗਰ ਫਾਲਤੂ ਨੇ, ਬੰਦ ਕਰ ਦੇਣੇ ਚਾਹੀਦੇ ਨੇ। ਇੱਦਾਂ ਦਾ ਬਹੁਤ ਜ਼ਿਆਦਾ ਹੀ ਹੋ ਗਿਆ ਸੀ ਕੰਮ ਸ਼ੁਰੂ, ਵੀ ਫਾਲਤੂ ਦਾ ਪੈਸਾ ਖਰਚਿਆ ਜਾ ਰਿਹਾ। ਪਰ ਮੈਂ ਸਮਝਦਾ ਕਿ ਵੇਖੋ, ਜਿਹੜੀ ਸਾਡੀ ਗੁਰੂ ਸਾਹਿਬ ਦੀ ਉਹ ਬਖਸ਼ਿਸ਼ ਕੀਤੀ ਹੋਈ ਸਾਨੂੰ ਮਿਹਰ ਸੀਗੀ, ਉਹ ਕੁੱਲ ਜਗਤ 'ਚ ਪ੍ਰਗਟ ਹੋ ਗਈ ਆ। ਪਿਛਲੇ ਸਾਲ ਕਰੋਨਾ ਦੇ ਦੌਰਾਨ ਦੇਖ ਲਈਏ ਜਾਂ ਕਿਸਾਨ ਅੰਦੋਲਨ ਦੌਰਾਨ, ਇਹ ਬਹੁਤ ਇੱਕ ਵੱਡਾ ਮੈਂ ਸਮਝਦਾ ਸਿੱਖੀ ਦੀ ਪਹਿਚਾਣ ਬਣ ਗਿਆ। ਬਲਕਿ ਲੰਗਰ ਦੇਖੋ, ਹਰ ਇੱਕ ਬੰਦਾ ਗੁਰਪ੍ਰੀਤ ਸਿੰਘ ਜੀ, ਮੈਂ ਸੋਚਦਾ ਕਿ ਸਾਡੇ ਵੀ ਕਈ ਵਾਰਾਂ ਸੁਣਨ ਵਿੱਚ ਗੱਲਾਂ ਆਉਂਦੀਆਂ ਨੇ, ਸਾਨੂੰ ਕਈ ਲੋਕ ਕਈ ਵਾਰ ਆ ਕੇ ਕਹਿੰਦੇ ਨੇ ਕਿ ਦੇਖੋ ਜੀ, ਆਪਾਂ ਲੰਗਰ ਲਾਉਣੇ, ਆਪਾਂ ਹਰ ਇੱਕ ਫਿਰਕੇ ਦੀ ਇੰਨੀ ਸੇਵਾ ਕਰਦੇ ਹਾਂ, ਸਾਨੂੰ ਕੋਈ ਮੁਸ਼ਕਿਲ ਬਣਦੀ ਹੈ, ਸਾਡੇ ਕੋਲ ਲੀੜੇ ਨਹੀਂ ਲੱਗਦਾ। ਦੇਖੋ, ਸਾਨੂੰ ਸਾਡੇ ਗੁਰੂ ਨੇ ਇਹ ਬਖਸ਼ਿਸ਼ ਦਿੱਤੀ ਹੋਈ ਹੈ, ਸਾਨੂੰ ਸਾਡੇ ਗੁਰੂ ਨੇ ਸੇਵਾ ਦਾ ਕੰਸੈਪਟ ਦਿੱਤਾ ਹੋਇਆ। ਕਿਸੇ ਹੋਰ ਧਰਮ ਕੋਲ ਇਹ ਸੇਵਾ ਦਾ ਕੰਸੈਪਟ ਨਹੀਂ ਹੈਗਾ, ਲੇਕਿਨ ਸਾਡੇ ਗੁਰੂ ਨੇ ਸਾਨੂੰ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਔਰ ਜਿਹੜੀ ਧਰਤੀ ਤੇ ਤੁਸੀਂ ਇਸ ਵੇਲੇ ਬੈਠੇ ਹੋ, ਸੰਗਤ ਦਰਸ਼ਨ ਕਰ ਰਹੀ ਹੈ ਇਸ ਧਰਤੀ ਦੇ, ਦੇਖੋ ਇਹ ਉਹ ਧਰਤੀ ਹੈ ਜਿੱਥੋਂ ਭਾਈ ਕਨ੍ਹਈਆ ਸਾਹਿਬ ਜੀ ਨੂੰ ਸਤਿਗੁਰਾਂ ਨੇ, ਜਦੋਂ ਸਿੱਖਾਂ ਨੇ ਸ਼ਿਕਾਇਤ ਕੀਤੀ ਨਾ ਕਿ ਭਾਈ ਕਨ੍ਹਈਆ ਜੀ ਦੁਸ਼ਮਣ ਨੂੰ ਵੀ ਪਾਣੀ ਪਿਆਉਂਦਾ, ਤੇ ਉਹ ਭਾਈ ਵੇਸ ਕੁਮਾਰ ਬੜੇ ਵਧੀਆ ਬੋਲ ਲਿਖੇ ਨੇ। ਭਾਈ ਸਾਹਿਬ ਆਏ, ਕਹਿੰਦੇ ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਕੋਈ ਦਿਸਦਾ, ਤੂੰ ਦਿਸਦਾ ਸਭ ਥਾਈਂ। ਤੇ ਅੱਗੇ ਲਿਖਦੇ ਨੇ ਕਿ ਘੁੱਟ ਕੇ ਨਾਲ ਗਲੇ ਦੇ ਲਾਇਆ, ਡੱਬੀ ਹੱਥ ਫੜਾਈ, ਪਾਣੀ ਨਾਲ ਮਰਮ ਵੀ ਰੱਖੀ, ਲੋੜ ਪਈ ਤੇ ਲਾਈ। ਇਹ ਕਲਗੀਧਰ ਪਾਤਸ਼ਾਹ ਨੇ ਇਹ ਜਿਹੜੀ ਬਖਸ਼ਿਸ਼ ਹੈ ਮਨੁੱਖਤਾ ਦੀ ਸੇਵਾ ਦੀ, ਇਹ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਸਾਨੂੰ ਬਖਸ਼ਿਸ਼ ਕੀਤੀ ਹੈ। ਕੋਈ ਕਰੇ ਜਾਂ ਨਾ ਕਰੇ, ਕੋਈ ਸਾਡੀ ਕਰੇ ਜਾਂ ਨਾ ਕਰੇ। ਇਹਦੇ 'ਚ ਇੱਕ ਵੱਡੀ ਗੱਲ, ਜੇ ਇਤਿਹਾਸ ਦੀ ਬਰੀਕੀ 'ਚ ਸੂਖਮਤਾਈ 'ਚ ਜਾ ਕੇ ਜਿਵੇਂ ਸਿੰਘ ਸਾਹਿਬ ਸਾਨੂੰ ਦੱਸ ਰਹੇ ਨੇ ਕਿ ਜੇ ਜੱਫੀ ਜਾਂ ਇੱਕ ਗਲਵਕੜੀ ਨਸੀਬ ਹੋਈ ਹੈ ਤੇ ਭਾਈ ਕਨ੍ਹਈਏ ਨੂੰ ਹੋਈ ਹੈ। ਭਾਈ ਕਨ੍ਹਈਏ ਨੂੰ ਹੋਈ ਹੈ, ਜਿਹੜਾ ਇੱਕ ਦ੍ਰਿਸ਼ਟ ਕਰ ਸੰਸਾਰ ਜਾਣ ਜੋਗੀ ਕਹੀਏ ਸੋਈ, ਜਿਹੜਾ ਉਸ ਅਵਸਥਾ 'ਚ ਜਿਹਨੂੰ ਹਰ ਜਗ੍ਹਾ ਗੋਬਿੰਦ ਨਜ਼ਰ ਆਇਆ। ਬਿਲਕੁਲ ਜੀ, ਹਾਂ। ਉਹ ਕੋ ਬ੍ਰਹਮ ਗਿਆਨੀ ਸਦਾ ਸਮਦ੍ਰਿਸ਼ਟ, ਬ੍ਰਹਮ ਗਿਆਨੀ ਜਿਹੜਾ ਨਾ ਜੀ, ਉਹ ਹਰ ਇੱਕ ਨੂੰ ਸਮਦ੍ਰਿਸ਼ਟੀ ਭਾਵ ਇੱਕੋ ਜੀ ਨਜ਼ਰ ਨਾਲ ਦੇਖਦਾ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਸਭੈ ਘਟ ਰਾਮ ਬੋਲਿਆ ਰਾਮਾ ਬੋਲਿਆ, ਰਾਮ ਬਿਨਾ ਕੋ ਬੋਲੇ ਰੇ। ਮਤਲਬ ਇਹ ਜਿਹੜਾ ਕੰਸੈਪਟ ਹੈ, ਇਹ ਹੈ ਹੀ ਸਿੱਖਾਂ ਕੋਲ ਹੈ, ਇਹ ਸਿੱਖ ਪੰਥ ਕੋਲ ਹੈ। ਔਰ ਇਸ ਸੇਵਾ ਦਾ ਸਾਨੂੰ ਜਿਹੜਾ ਕੰਸੈਪਟ ਆ, ਇਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਸੇਵਾ ਦਾ। ਦੇਖੋ, ਸਾਡੇ ਗੁਰੂ ਸਾਹਿਬਾਨ ਵੀ ਹੋਏ ਨੇ, ਜੇਕਰ ਮੇਰੀ ਪੀਰ ਦੇ ਮਾਲਕ ਨੇ ਆਪਣੇ ਹੱਥ ਵਿੱਚ ਸ੍ਰੀ ਸਾਹਿਬ ਫੜੀ ਹੈ, ਤੇ ਪਰਉਪਕਾਰੀ ਵੀ ਬਹੁਤ ਵੱਡੇ ਨੇ। ਹੁਣ ਇਸੇ ਧਰਤੀ ਦਾ ਇਤਿਹਾਸ ਹੈ ਕਿ ਇੱਕ ਦਿਨ ਸਤਿਗੁਰੂ ਜੀ ਲੰਗਰ ਛਕਦੇ ਸਨ, ਮੇਰੀ ਪੀਰ ਦੇ ਮਾਲਕ, ਤੇ ਉਹ ਲਿਖਦਾ ਇਤਿਹਾਸ ਕਰਕੇ ਸਤਿਗੁਰੂ ਜੀ ਦਾ ਲੰਗਰ ਛਕਦੇ ਕੁਝ ਗਰਾਈਆਂ ਤੋੜ ਕੇ ਤੇ ਪੰਛੀਆਂ ਨੂੰ ਪਾਇਆ ਕਰਦੇ ਸਨ। ਨਾਲ ਆਸੇ ਪਾਸੇ ਪੰਛੀ ਸਨ। ਇੱਕ ਦਿਨ ਇੱਕ ਕਾਂ ਬੜਾ ਉਹ ਧਾ ਕੇ ਗੁਰੂ ਸਾਹਿਬ ਥਾਲੀ ਵੱਲ ਜਾਵੇ, ਕਿਸੇ ਸੇਵਾਦਾਰ ਨੇ, ਕਾਕੂ ਨਾਮ ਸੇਵਾਦਾਰ ਦਾ ਲਿਖਿਆ, ਉਸ ਕਾਕੂ ਨੇ ਇੱਕ ਗੁਲੇਲਾ ਮਾਰਿਆ ਤੇ ਕਾਂ ਜ਼ਖਮੀ ਹੋ ਗਿਆ। ਜਦੋਂ ਮਹਾਰਾਜ ਦੇ ਕੋਲ ਆਇਆ ਤਾਂ ਉਹ ਜ਼ਖਮੀ ਸੀਗਾ, ਲੰਗੜਾ ਕੇ ਕਾਂ ਤੁਰ ਰਿਹਾ, ਤੇ ਮਾਰੇ ਕਹਿੰਦੇ ਕਿ ਇਹਨੂੰ ਕੀ ਹੋਇਆ? ਕਹਿੰਦੇ ਜੀ ਕਾਕੂ ਨੇ ਗੁਲੇਲਾ ਮਾਰਿਆ। ਤੇ ਮਹਾਰਾਜ ਉਹਨੂੰ ਡਾਂਟ ਪਾਈ
ਕਿ ਤੂੰ ਇਸ ਬੇਜ਼ੁਬਾਨ ਪੰਛੀ ਨੂੰ ਤੂੰ ਗੁਰੇਲਾ ਕਿਉਂ ਮਾਰਿਆ। ਤੇ ਸਤਿਗੁਰਾਂ ਨੇ ਉਹਨੂੰ ਫੜਿਆ, ਉਹਨੂੰ ਫੜ ਕੇ ਉਹਦੀ ਆਪ ਸੰਭਾਲ ਕੀਤੀ, ਕਦੋਂ ਰਾਜੀ ਹੋਇਆ ਤੇ ਫਿਰ ਉਹਨੂੰ ਛੱਡਿਆ। ਤੇ ਗੁਰੂ ਹਰਿ ਸਾਹਿਬ ਜੀ ਮਹਾਰਾਜ ਸਾਰਾ ਕੁਝ ਦੇਖਦੇ ਸਨ ਤੇ ਗੁਰੂ ਹਰਿ ਸਾਹਿਬ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ ਇਸ ਗੱਲ ਨੂੰ ਅਪਣਾ ਕੇ ਰੱਖਿਆ। ਸ਼ਿਕਾਰ ਕਰਨ ਜਾਂਦੇ ਸਨ ਪਰ ਸ਼ਿਕਾਰ ਮਾਰਦੇ ਨਹੀਂ ਸਨ। ਜੇ ਕਿਤੇ ਕੋਈ ਜ਼ਖਮੀ ਹੋ ਜਾਂਦਾ ਤੇ ਉਹਨੂੰ ਫੜ ਕੇ ਲੈ ਆਉਣਾ। ਇੱਕ ਵਿਗੜ ਬਣਾਈ ਹੋਈ ਸੀ, ਇੱਕ ਚਿੜੀਆ ਘਰ ਬਣਾਇਆ ਸੀਗਾ, ਉਹਦੇ ਵਿੱਚ ਲਿਆ ਕੇ ਉਹਨੂੰ ਛੱਡ ਦੇਣਾ, ਆਪ ਹੱਥੀ ਉਹਦੀ ਮਰਮ ਪੱਟੀ ਕਰਕੇ ਉਹਦੀ ਸੇਵਾ ਕਰਕੇ ਤੇ ਉਹਨੂੰ ਦੁਬਾਰਾ ਫੇਰ ਜੰਗਲ 'ਚ ਛੱਡ ਦੇਣਾ। ਮਤਲਬ ਜਿੱਥੇ ਸਤਿਗੁਰਾਂ ਨੇ ਜ਼ਾਲਮ ਵਾਸਤੇ ਕਹਿੰਦੇ ਕਿ ਭਖਿਆ, ਜੁਰਮਾਨੇ ਦੀ ਭਖਿਆ ਤੇ ਮਜ਼ਲੂਮ ਦੀ ਰੱਛਿਆ। ਜਿੱਥੇ ਜੁਰਮਾਨੇ ਦੀ ਭਖਿਆ ਸਤਿਗੁਰਾਂ ਨੇ ਕੀਤੀ, ਉੱਥੇ ਮਜ਼ਲੂਮ ਦੀ ਰੱਛਿਆ ਵੀ ਕੀਤੀ ਹੈ। ਸਤਿਗੁਰੂ ਜਿੱਥੇ ਬੜੇ ਵੱਡੇ ਵੱਡ ਯੋਧੇ ਨੇ, ਉੱਥੇ ਬਹੁਤ ਪਰਉਪਕਾਰੀ ਵੀ ਨੇ। ਵੱਡ ਯੋਧਾ ਬਹੁਤ ਪਰਉਪਕਾਰੀ। ਇਸ ਕਰਕੇ ਸਿੱਖੀ ਵਰਗਾ ਸਿਧਾਂਤ ਜਿਹੜਾ ਹੈ, ਸਿੱਖੀ ਵਰਗੀ ਮਰਿਆਦਾ ਜਿਹੜੀ ਹੈ, ਸਾਰੇ ਧਰਮ ਹਰ ਇੱਕ ਨੂੰ ਆਪੋ ਆਪਣੇ ਮੁਬਾਰਕ ਨੇ। ਕਿਉਂਕਿ ਇਹ ਵੀ ਪਾਤਸ਼ਾਹ ਨੇ ਬਚਨ ਕਿਹਾ ਸੀ, ਤੁਮਕੋ ਤੁਮਾਰਾ ਮੁਬਾਰਕ, ਹਮਕੋ ਹਮਾਰਾ ਮੁਬਾਰਕ। ਜੀ ਸਾਰੇ ਮੁਬਾਰਕ ਨੇ, ਆਪੋ ਆਪਣੇ ਧਰਮ ਦੇ ਪੈਰੋਕਾਰਾਂ ਨੂੰ ਧਰਮ ਚੰਗਾ ਲੱਗਦਾ ਹੈ। ਲੇਕਿਨ ਸਿੱਖੀ ਵਰਗਾ ਸਿਧਾਂਤ ਤੇ ਸਿੱਖੀ ਵਰਗੀ ਮਰਿਆਦਾ ਕਿਸੇ ਹੋਰ ਧਰਮ ਕੋਲ ਨਹੀਂ ਹੈ। ਇਹ ਕੇਵਲ ਤੇ ਕੇਵਲ ਸਿੱਖੀ ਦਾ ਕਨਸੈਪਟ ਜਿਹੜਾ ਇਹ ਇਸ ਧਰਮ ਕੋਲ ਹੀ ਹੈ। ਇਸ ਬਿਲਕੁਲ ਵੈਸੇ ਤਾਂ ਅਕਸਰ ਅੱਜ ਕੱਲ੍ਹ ਐਵੇਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ, ਜਦੋਂ ਗੈਰ ਸਿੱਖ ਜਾਂ ਜਿਹੜੇ ਸਿੱਖੀ ਤੋਂ ਦੂਰ ਗਏ ਸੀ ਉਹਨਾਂ ਨੂੰ ਪਤਾ ਲੱਗਦਾ। ਇੱਕ ਬਜ਼ੁਰਗ ਦੀ ਵੀਡੀਓ ਕੁਝ ਦਿਨ ਪਹਿਲਾਂ ਸ਼ਾਇਦ ਸੰਗਤਾਂ ਨੇ ਦੇਖੀ ਹੋਏਗੀ। ਉਹ ਕਹਿ ਰਿਹਾ ਕਿ ਮੈਂ ਕਿਸੇ ਹੋਰ ਧਾਰਮਿਕ ਸਥਾਨ ਤੇ ਨਹੀਂ ਸੀ ਜਾਂਦਾ ਜਿਹਦੇ ਨਾਲ ਮੇਰਾ ਪਿੱਛੋਂ ਪਰਿਵਾਰਕ ਸੰਬੰਧ ਸੀ, ਪਰ ਕਹਿੰਦਾ ਵੀ ਹੁਣ ਮੈਂ ਗੁਰਦੁਆਰੇ ਜਾਣ ਲੱਗ ਪਿਆ, ਉੱਥੇ ਜਾਣਾ, ਮੈਂ ਲੰਗਰ ਵੀ ਛਕਦਾ। ਤੇ ਉੱਥੇ ਸਭ ਤੋਂ ਜਿਹੜੀ ਮੇਨ ਗੱਲ ਉਹਨਾਂ ਨੇ ਸਾਡੇ, ਵੇਖੋ ਆਪਣੀ ਗੱਲ ਤਾਂ ਹਰ ਕੋਈ ਕਹਿੰਦਾ ਨਾ, ਜਿੱਦਾਂ ਕਹਿੰਦੇ ਨੇ ਘੁਮਿਆਰੀ ਆਪਣਾ ਭਾਂਡਾ ਸਰੋਂਦੀ, ਉਹ ਤਾਂ ਹਰ ਕਿਸੇ ਨੂੰ ਆਪਣਾ ਚੰਗਾ ਲੱਗਦਾ। ਪਰ ਉਹਦਾ ਕਹਿਣਾ ਸੀ ਕਿ ਉੱਥੇ ਮੈਨੂੰ ਕੋਈ ਨਹੀਂ ਪੁੱਛਦਾ ਤੇਰਾ ਧਰਮ ਕੀ ਹੈ, ਤੇਰੀ ਜਾਤ ਕਿਹਦੀ ਹੈ, ਤੂੰ ਕਿਹਦਾ ਵਾ, ਤੇਰੀ ਕਿਹੜੀ ਜਾਤ ਆ, ਤੂੰ ਕਿਹੜੀ ਖਾਪ ਤੋਂ ਆ, ਜਾਂ ਤੂੰ ਕਿਹੜੇ ਧਰਮ ਤੋਂ ਆ, ਜਾਂ ਤੇਰੇ ABC ਕੁਛ ਨਹੀਂ ਪੁੱਛਦਾ ਕੋਈ। ਮੈਨੂੰ ਮੈਂ ਜਾਣਾ, ਮੈਨੂੰ ਲੰਗਰ ਛਕਾਉਂਦੇ ਆ ਤੇ ਹੱਥ ਜੋੜ ਕੇ ਫਿਰ ਸਗੋਂ ਧੰਨਵਾਦ ਕਹਿੰਦੇ ਤੁਸੀਂ ਆਏ ਹੋ, ਕੇਵਲ ਸੇਵਾ। ਸੋ ਇਹ ਐਡਾ ਵੱਡਾ ਸਤਿਗੁਰ ਸੱਚੇ ਪਾਤਸ਼ਾਹ ਨੇ ਤੁਹਾਨੂੰ ਸੇਵਾ ਬਖਸ਼ੀ ਆ, ਸਾਨੂੰ ਸਿਮਰਨ ਬਖਸ਼ਿਆ। ਵਾਹਿਗੁਰੂ ਗੁਰ ਮੰਤਰ ਹੈ ਜਪ ਹੋਵੇਂ ਕੋਈ। ਸੋ ਵੇਖੋ ਕਿੱਡੀਆਂ ਵੱਡੀਆਂ ਦਾਤਾਂ ਨੇ। ਤੇ ਆਹ ਦੇਣ ਹੈ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਜਿਹੜੀ ਵਰਤੀ ਜੇ ਆਪਾਂ ਮਹਿਸੂਸ ਕਰੀਏ ਤੇ ਅੱਜ ਵੀ ਵਰਤਦੀ ਪਈ ਆ। ਸੋ ਸਿੰਘ ਸਾਹਿਬ ਜੀ, ਵਿਦੇਸ਼ਾਂ 'ਚ ਵੀ ਤੁਸੀਂ ਹੁਣੇ USA ਜਾ ਕੇ ਆਏ ਹੋ, ਪਿਛਲੇ ਮੈਂ ਸਮਝਦਾ ਕਿ ਇੱਕ ਸਾਲ ਪਹਿਲਾਂ UK ਵੀ ਗਏ ਸੀ ਤੁਸੀਂ, ਉਦੋਂ ਵੀ ਸਾਨੂੰ ਮਿਲ ਕੇ ਗਏ ਸੀ। ਸੋ ਵਿਦੇਸ਼ਾਂ ਦੇ ਵਿੱਚ ਸਿੱਖੀ ਦਾ ਕਿਵੇਂ ਦੀ ਚੜ੍ਹਦੀ ਕਲਾ ਜਾਂ ਕੀ ਉੱਥੇ ਤੁਸੀਂ ਮਹਿਸੂਸ ਕੀਤਾ ਜੀ? ਦੇਖੋ, ਜੋ ਮੈਂ ਨੋਟ ਕੀਤਾ ਵਿਦੇਸ਼ਾਂ ਦੇ ਵਿੱਚ ਸਿੱਖੀ ਕਾਫੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਜਿਵੇਂ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਪੰਜਾਬੀ ਦੀਆਂ ਕਲਾਸਾਂ ਲੱਗਣੀਆਂ ਔਰ ਬੱਚਿਆਂ ਨੂੰ ਗੁਰਮਤਿ ਪੜ੍ਹਾਉਣੀ, ਇਹ ਇੱਕ ਬਹੁਤ ਵਧੀਆ ਔਰ ਵੱਡਾ ਉਪਰਾਲਾ ਹੈ। ਔਰ ਸਭ ਤੋਂ ਵਧੀਆ ਗੱਲ ਜਿਹੜੀ ਉਹ ਇਹ ਹੈ ਕਿ ਕੋਈ ਵੀ ਗੁਰਦੁਆਰੇ ਸਾਹਿਬਾਨਾਂ 'ਚ ਸਮਾਗਮ ਹੋਵੇ ਉਦੋਂ ਸੰਗਤਾਂ ਜੋੜਦੀਆਂ ਹਨ। ਨਹੀਂ ਤੇ ਫਰਾਈਡੇ, ਸੈਚਰਡੇ, ਸੰਡੇ ਜਦ ਵੀ ਸਮਾਂ ਹੁੰਦਾ, ਸੰਗਤਾਂ ਦੀ ਸਭ ਤੋਂ ਪਹਿਲੀ ਜਿਹੜੀ ਪਹਿਲ ਹੈ ਉਹ ਸੰਗਤ ਨੂੰ ਦਿੱਤੀ ਜਾਂਦੀ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਜਾਈਏ ਤੇ ਜਾ ਕੇ ਉੱਥੇ ਸੰਗਤ ਕਰੀਏ। ਜਿਹੜੇ ਵੀ ਵਿਦਵਾਨ ਆਏ ਉਹਨਾਂ ਦੇ ਕੋਲੋਂ ਕਥਾ ਵਿਚਾਰਾਂ ਕੀਰਤਨ ਸੁਣ ਕੇ ਤੇ ਆਪਣਾ ਜਿਹੜਾ ਜਨਮ ਨੂੰ ਸਫਲਾ ਕਰੀਏ। ਔਰ ਸਭ ਤੋਂ ਵੱਡੀ ਜਿਹੜੀ ਪ੍ਰਦੇਸਾਂ ਦੇ ਵਿੱਚ ਗੱਲ ਹੈ ਸਿੱਖੀ ਦੀ, ਜਿਹੜਾ ਸਾਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਸੁਨਹਿਰੀ ਸਿਧਾਂਤ ਉਪਦੇਸ਼ ਬਖਸ਼ਿਸ਼ ਕੀਤਾ ਕਿ ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ। ਉੱਥੇ ਜ਼ਿਆਦਾਤਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਜਿੱਥੇ ਸਾਡੇ ਵੀਰਾਂ ਨੇ, ਸਾਡੇ ਬਜ਼ੁਰਗਾਂ ਨੇ ਵੱਡੀ ਮਿਹਨਤ ਕਰਕੇ ਉੱਥੋਂ ਦੇ ਜਿਹੜੇ ਕੰਮਕਾਰ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ, ਉਹਨਾਂ ਮੁਲਕਾਂ ਦੀ ਆਬਾਦੀ ਵਾਸਤੇ, ਮੁਲਕਾਂ ਦੀ ਡਿਵੈਲਪਮੈਂਟ ਵਾਸਤੇ, ਉਹਨਾਂ ਕੰਟਰੀਆਂ ਨੂੰ ਉਹਨਾਂ ਆਬਾਦ ਕੀਤਾ। ਜ਼ਮੀਨਾਂ ਜਿਹੜੀਆਂ ਨੇ ਉਹਨਾਂ ਨੇ ਪੁੱਟ ਕੇ ਜ਼ਮੀਨਾਂ ਤਿਆਰ ਕੀਤੀਆਂ ਨੇ। ਬੜੀ ਵੱਡੀ ਉਹਨਾਂ ਨੇ ਮਿਹਨਤ ਕੀਤੀ ਹੈ। ਔਰ ਜਿੱਥੇ ਆਪਣੀ ਇਮਾਨਦਾਰੀ ਕਰਕੇ ਉਹ ਜਾਣੇ ਜਾਂਦੇ ਆ, ਉੱਥੇ ਆਪਣੇ ਧਰਮ ਦੀ ਕਿਰਤ ਕਰਕੇ, ਜਿਹੜੀ 10 ਨੌਵਾਂ ਦੀ ਕਿਰਤ ਆਪਾਂ ਕਹਿੰਦੇ, ਮੈਂ ਕਹਿੰਦਾ ਕਿ ਉਹ 20 ਨੌਵਾਂ ਦੀ ਕਰਦੇ ਨੇ। ਹਰ ਵੇਲੇ 16 18 ਘੰਟੇ ਪੈਰਾਂ ਤੇ ਖੜੇ ਰਹਿਣਾ ਤੇ ਹੱਥਾਂ ਨਾਲ ਕੰਮ ਕਰਨਾ। ਮੈਂ ਐਸੀ 10 ਦੀ ਕਰਦੇ ਹੋਵਾਂਗਾ, 10 ਦੀ ਵੀ ਨਹੀਂ ਕਰਦੇ, ਲੇਕਿਨ ਉਹ 20 ਦੀ ਕਰਦੇ ਨੇ। ਉਹਨਾਂ ਦੀ ਬਹੁਤ ਸੁੱਚੀ ਕਿਰਤ ਹੈ। ਔਰ ਮੈਂ ਕਈ ਵੀਰਾਂ ਨੂੰ ਹੁਣ ਵੀ ਜਾ ਕੇ ਉੱਥੇ ਬੇਨਤੀ ਕਰਕੇ ਆਇਆ ਕਿ ਤੁਸੀਂ ਧਰਮ ਦੀ ਕਿਰਤ ਵੀ ਕਰਦੇ ਹੋ, ਨਾਮ ਵੀ ਜਪਦੇ ਹੋ, ਸੇਵਾ ਕਰਕੇ ਵੰਡ ਕੇ ਵੀ ਛਕਦੇ ਹੋ। ਤੇ ਤੁਸੀਂ ਜਿਹੜੇ ਕੋਈ ਸਾਡੇ ਵੀਰ ਧਰਮ ਤੋਂ, ਸਿੱਖੀ ਤੋਂ ਜਿਹੜੇ ਕੋਈ ਕੇਸਾਂ ਤੋਂ ਵਿਰਵੇ ਆ, ਉਹਨਾਂ ਨੂੰ ਬੇਨਤੀ ਵੀ ਕਰਕੇ ਆਉਣਾ। ਜਿੱਥੇ ਵੀ ਕੋਈ ਮਿਲਦਾ, ਮੈਂ ਤਾਂ ਮੇਰੀ ਡਿਊਟੀ ਸਮਝਦਾ ਆਪਣੀ ਕਿ
ਇਹ ਬੇਨਤੀ ਕੀਤੀ ਜਾਏ ਭਾਈ ਕੇਸਾਂ ਦੀ ਬੇਅਦਬੀ ਨਾ ਕਰੋ। ਜਿੱਥੇ ਤੁਸੀਂ ਧਰਮ ਦੀ ਕਿਰਤ ਕਰਦੇ ਹੋ, ਧਰਮ ਤੁਹਾਡੇ ਕੋਲ ਹੈ, ਪਰ ਤੁਸੀਂ ਧਰਮ ਨੂੰ ਧਾਰਨ ਵੀ ਕਰ ਲਓ। ਜੀ ਜੀ। ਧਰਮ ਧਾਰਨ ਕਰ ਲਓ, ਦਾੜੀ ਕੇਸਾਂ ਦੀ ਬੇਅਦਬੀ ਨਾ ਕਰੋ, ਅੰਮ੍ਰਿਤ ਛਕ ਕੇ ਤੇ ਗੁਰੂ ਵਾਲੇ ਬਣ ਜਾਓ, ਤੇ ਫਿਰ ਗੁਰੂ ਤੁਹਾਡੇ ਤੋਂ ਬਿਲਕੁਲ ਦੂਰ ਨਹੀਂ। ਕਿਉਂਕਿ ਤੁਸੀਂ ਕਿਰਤ ਵੀ ਕਰਦੇ ਹੋ ਤੇ ਧਰਮ ਦੀ, ਨਾਮ ਵੀ ਜਪਦੇ ਹੋ, ਸੰਗਤ ਕਰਦੇ ਹੋ, ਤੇ ਬਣਦਾ ਸਭ ਦਾ ਯੋਗਦਾਨ ਸੰਗਤ ਦੀ ਸੇਵਾ ਵਾਸਤੇ ਵੀ ਤੁਸੀਂ ਵੰਡ ਕੇ ਛਕਣ ਦਾ ਵੀ ਕਰਦੇ ਹੋ। ਮੈਂ ਕਹਿੰਦਾ ਕਿ ਬਹੁਤ ਹੀ ਪ੍ਰਮਾਤਮਾ ਦੀ ਕਿਰਪਾ ਹੈ, ਔਰ ਸਿੱਖੀ ਦੀ ਬੁਲੰਦੀ ਜਿਹੜੀ ਹੈ ਬਾਹਰ ਜਾ ਕੇ ਦੇਖੀਏ ਤੇ ਇਹ ਬੜਾ ਸੱਚੇ ਪਾਤਸ਼ਾਹ ਦਾ ਕਰਮ ਹੈ ਸਾਡੇ ਸਾਰਿਆਂ ਤੇ ਕਿ ਸਾਡੇ ਇਹਨਾਂ ਵੀਰਾਂ ਨੇ ਪ੍ਰਦੇਸਾਂ ਵਿੱਚ ਜਾ ਕੇ ਤੇ ਸਿੱਖੀ ਦੀ ਸ਼ਾਨ ਨੂੰ, ਪੰਜਾਬੀਆਂ ਦੀ ਸ਼ਾਨ ਨੂੰ ਉੱਚਾ ਕੀਤਾ। ਬਹੁਤ ਉੱਚਾ ਕੀਤਾ। ਸੋ ਯੂਕੇ ਯੂਰਪ ਦੀਆਂ ਸੰਗਤਾਂ ਵਿਸ਼ੇਸ਼ ਰੂਪ ਵਿੱਚ ਸਦਾ ਹੀ ਤਤਪਰ ਰਹਿੰਦੀਆਂ ਨੇ ਸੇਵਾ ਦੇ ਵਾਸਤੇ। ਕੋਈ ਕਿਸੇ ਤਰ੍ਹਾਂ ਦੀ ਵੀ ਕਿਤੇ ਔਕੜ ਕੋ ਕੌਮ ਤੇ ਆਈ ਹੋਏ, ਕਿਤੇ ਵੀ ਈਵਨ ਕਿ ਨੇਪਾਲ ਦੇ ਵਿੱਚ ਭੁਚਾਲ ਆਏ ਉੱਥੇ ਵੀ ਸੇਵਾ ਵਾਸਤੇ, ਜੇ ਸ਼੍ਰੀਨਗਰ ਛੜ ਆ ਗਿਆ ਉੱਥੇ, ਜਾਂ ਹਰ ਜਗ੍ਹਾ ਦੇ ਉੱਤੇ ਜਿੱਥੇ ਵੀ ਕੋਈ ਬੇਨਤੀ ਕੀਤੀ ਜਾਏ। ਹੁਣ ਮੌਜੂਦਾ ਤੌਰ ਤੇ ਸਿੰਘ ਸਾਹਿਬ ਜੀ ਆਪ ਜੀ ਦੇ ਧਿਆਨ ਗੋਚਰਾ ਦੱਸਣਾ ਚਾਹਾਂਗੇ ਕਿ ਸੰਗਤ ਏਡ ਯੂਕੇ ਵੱਲੋਂ, ਜਿਹੜਾ ਕਿ ਸਾਡਾ ਸੰਗਤ ਟੀਵੀ ਦਾ ਹੀ ਇੱਕ ਅੰਗ ਹੈ, ਸੰਗਤ ਟਰਸਟ ਵੱਲੋਂ ਮੈਨੇਜ ਕੀਤਾ ਜਾਂਦਾ, ਇਹ ਵਿਚਾਰ ਬਣਾਈ ਗਈ ਸੀ ਕਿ ਜਿਹੜੇ ਕਿਸਾਨ ਸ਼ਹੀਦ ਹੋ ਰਹੇ ਨੇ ਬਾਰਡਰ ਦੇ ਉੱਤੇ, ਵੱਖ-ਵੱਖ ਬਾਰਡਰਾਂ ਤੇ, ਕਿ ਉਹਨਾਂ ਦੇ ਪਰਿਵਾਰਾਂ ਦੇ ਨਾਲ ਅਸੀਂ ਕੁਝ ਖੜੀਏ, ਥੋੜੀ ਜਿਹੀ ਸਪੋਰਟ, ਇੱਕ ਸ਼ੋਅ ਕਰੀਏ ਜੋ ਕਿ ਅਸੀਂ ਉਹਨਾਂ ਨੂੰ। ਸੋ ਇਸ ਅਨੁਸਾਰ ਅਸੀਂ 1-1 ਲੱਖ ਰੁਪਈਆ ਹਰ ਪਰਿਵਾਰ ਦੇ ਘਰ ਜਾ ਕੇ ਉੱਥੇ ਉਹਨਾਂ ਨੂੰ ਬੜੇ ਸਤਿਕਾਰ ਸਹਿਤ ਭੇਟ ਕਰਨ ਦਾ ਇਹ ਸੇਵਾ ਚੱਲਦੀ ਪਈ। ਤੇ ਯੂਕੇ ਯੂਰਪ ਦੀਆਂ ਸੰਗਤਾਂ ਬੇਅੰਤ ਇਹ ਸੇਵਾਵਾਂ ਲੈ ਰਹੀਆਂ ਨੇ। ਫਿਰ ਜਿਹੜੇ ਛੋਟੇ ਛੋਟੇ ਬੱਚੇ ਕਈ ਅਨਾਥ ਹੋ ਗਏ ਨੇ, ਉਹਨਾਂ ਦੀ ਪੜ੍ਹਾਈ ਦਾ ਇੱਕ ਪਰਿਵਾਰ ਇੱਕ ਬੱਚੇ ਨੂੰ ਅਡਾਪਟ ਕਰੀ ਜਾ ਰਿਹਾ। ਸੋ ਜਿਹੜੀ ਆਪ ਜੀ ਬਚਨ ਕਰਦੇ ਪਏ ਉਹਨੂੰ ਬਹੁਤ ਉਹਨਾਂ ਦੇ ਅੰਦਰ ਮਤਲਬ ਜਿਵੇਂ ਚਾਅ ਹੁੰਦਾ ਨਾ ਸੇਵਾ ਦਾ। ਸੋ ਮੈਂ ਸਮਝਦਾ ਕਿ ਬੜੀ ਵੱਡੀ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਕਿ ਸੇਵਾ ਦਾ ਚਾਅ ਸੰਗਤਾਂ ਦੇ ਮਨਾਂ ਦੇ ਵਿੱਚ ਇੰਨਾ ਹੁੰਦਾ ਕਿ ਹਾਂ ਮਹਾਰਾਜ ਦੇ ਨਾਂ ਦੇ ਉੱਤੇ ਸੇਵਾ, ਚਲੋ ਆਪਾਂ ਕਰੀਏ, ਆਪਾਂ ਆਹ ਕਰ ਦਈਏ, ਆਪਾਂ ਉਹ ਕਰ ਦਈਏ। ਤੁਸੀਂ ਦੇਖਿਆ ਹੀ ਹੋਣਾ, ਸੁਣਿਆ ਵੀ ਹੋਣਾ, ਹੁਣ ਵੀ ਉੱਥੇ ਕੁਆਂਟਲਾਂ ਦੇ ਹਿਸਾਬ ਨਾਲ ਬਦਾਮ ਹੀ ਆ ਜਾਂਦੇ ਨੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਜਿਹੜੇ ਕਿਸਾਨ ਬੈਠੇ ਨੇ। ਸੋ ਇਹ ਇੱਕ ਬੜਾ ਵੱਡਾ ਮੈਂ ਸਮਝਦਾ ਸੰਕਲਪ ਹੈ ਤੇ ਉਹਨੂੰ ਪ੍ਰੈਕਟੀਕਲੀ ਅਡਾਪਟ ਕੀਤਾ ਹੋਇਆ ਕੌਮ ਨੇ। ਇਹ ਬਹੁਤ ਅੱਛੀ ਗੱਲ ਹੈ। ਦੇਖੋ ਜਿਹੜੀ ਪੰਜਾਬ ਦੀ ਕਿਸਾਨੀ ਹੈ, ਪੰਜਾਬ ਦੀ ਕਿਸਾਨੀ ਤੇ ਪਹਿਲਾਂ ਹੀ ਇੰਨੀ ਪ੍ਰਭਾਵਿਤ ਹੋਈ ਪਈ ਹੈ ਕਿ ਸਾਲਾਂ ਤੋਂ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਹੁੰਦੀਆਂ ਕਿ ਫਲਾਣੇ ਪਿੰਡ ਵਿੱਚ, ਫਲਾਣੇ ਸ਼ਹਿਰ ਵਿੱਚ ਕਿਸਾਨ ਵੱਲੋਂ ਆਤਮ ਹੱਤਿਆ ਕਰਕੇ ਖੁਦਕੁਸ਼ੀ ਕਰ ਲਈ, ਔਰ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ। ਕਰਜ਼ਿਆਂ ਥੱਲੇ ਦੱਬਿਆ ਹੋਇਆ ਕਿਸਾਨ ਜਿਹੜਾ ਇਹਨਾਂ ਪਹਿਲਾਂ ਹੀ ਇੰਨਾ ਪ੍ਰਭਾਵਿਤ ਸੀ, ਗਰੀਬੀ ਦੌਰ ਚੋਂ ਲੰਘ ਰਿਹਾ ਸੀ, ਮਸਾਂ ਆਪਣਾ ਗੁਜ਼ਾਰਾ, ਆਪਣੇ ਧੀਆਂ ਪੁੱਤਾਂ ਦਾ ਪੇਟ ਪਾਲਦਾ। ਉਸ ਕਿਸਾਨ ਉੱਤੇ ਇਹ ਜਿਹੜੇ ਕਾਲੇ ਕਾਨੂੰਨ ਨੇ, ਇਹਨਾਂ ਕਾਲੇ ਕਾਨੂੰਨਾਂ ਨੂੰ ਠੋਸ ਕੇ ਤੇ ਪੰਜਾਬ ਦੀ ਕਿਸਾਨੀ ਨੂੰ ਹੋਰ ਜ਼ਿਆਦਾ ਬਰਬਾਦ ਕਰਨ ਦਾ ਯਤਨ ਕੀਤਾ ਜਾ ਰਿਹਾ ਜੀ। ਕਾਰਪੋਰੇਟ ਘਰਾਣਿਆਂ ਨੂੰ ਪ੍ਰਮੋਟ ਕਰਨਾ ਤੇ ਇਹ ਜਿਹੜੇ ਜ਼ਿਮੀਂਦਾਰ ਨੇ, ਕਿਸਾਨ ਵੀਰ ਨੇ, ਇਹਨਾਂ ਨੂੰ ਇੱਕ ਮੁਜ਼ਾਰੇ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਕਿ ਮਾਲਕ ਉਹ ਕਾਰਪੋਰੇਟ ਹੋਣਗੇ, ਪੂੰਜੀਪਤੀ ਮਾਲਕ ਬਣ ਜਾਣਗੇ। ਇਹ ਕੇਵਲ ਤੇ ਕੇਵਲ ਮੁਜ਼ਾਰੇ ਬਣ ਕੇ, ਮਜ਼ਦੂਰ ਬਣ ਕੇ ਤੇ ਉਹਨਾਂ ਦਾ ਕੰਮ ਕਰਨਗੇ। ਬਾਬਾ ਬੰਦਾ ਸਿੰਘ ਬਹਾਦਰ ਨੇ, ਮੈਂ ਟੈਲੀਵਿਜ਼ਨ ਦੇ ਰਾਹੀਂ ਇਹ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਹੋਰ ਵੀ ਕੋਈ ਪੰਜਾਬ ਤੋਂ ਬਾਹਰ ਨੇ, ਹਰਿਆਣਾ ਚਾਹੇ ਯੂਪੀ ਹੈ, ਚਾਹੇ ਰਾਜਸਥਾਨ ਹੈ, ਚਾਹੇ ਹੋਰ ਪ੍ਰਾਂਤਾਂ ਦੇ ਜਿਹੜੇ ਕਿਸਾਨ ਨੇ, ਦੇਖੋ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਇਹ ਮਾਲਕਾਨਾ ਹੱਕ ਦਿਵਾਏ ਸਨ। ਇਹਦੇ ਵਿੱਚ ਵੀ ਇੱਕ ਸਿੱਖ ਪੰਥ ਦੀ, ਖਾਲਸਾ ਪੰਥ ਦੀ ਇੱਕ ਬੜੀ ਵੱਡੀ ਇੱਕ ਗੱਲ ਹੈ ਕਿ ਖਾਲਸਾ ਪੰਥ ਨੇ ਇਹ ਪਹਿਲ ਕੀਤੀ ਕਿ ਕਿਸਾਨਾਂ ਨੂੰ ਉਹਨਾਂ ਦੇ ਮਾਲਕਾਨਾ ਹੱਕ ਜਿਹੜੇ ਸਨ ਉਹ ਦਿਵਾਏ ਸਨ। ਅੱਜ ਵੀ ਸਾਨੂੰ ਸਾਰਿਆਂ ਨੂੰ ਕਿਸਾਨੀ ਦਾ ਸਾਥ ਜਿਹੜਾ ਉਹ ਜ਼ਰੂਰ ਦੇਣਾ ਚਾਹੀਦਾ ਹੈ, ਕਿਉਂਕਿ ਹਰ ਥਾਂ 'ਤੇ ਲਿਖਿਆ ਨੋ ਫਾਰਮਰ ਨੋ ਫੂਡ। ਜੇ ਕਿਸਾਨ ਨੇ ਤਾਂ ਖਾਣਾ ਕਿੱਥੋਂ ਆਏਗਾ? 1.7% ਸਾਡੀ ਕੁੱਲ ਆਬਾਦੀ ਹੈ, ਔਰ ਹਿੰਦੁਸਤਾਨ ਦਾ 58% ਜਿਹੜਾ ਅਨਾਜ ਹੈ ਉਹ ਇਕੱਲਾ ਪੰਜਾਬ ਪੈਦਾ ਕਰ ਰਿਹਾ, ਪੰਜਾਬ ਦਾ ਕਿਸਾਨ ਪੈਦਾ ਕਰ ਰਿਹਾ, ਔਰ ਪੰਜਾਬ ਦਾ ਕਿਸਾਨ ਹੀ ਸਭ ਤੋਂ ਵੱਧ ਬਰਬਾਦ ਕੀਤਾ ਜਾ ਰਿਹਾ ਕਿ ਪੰਜਾਬ ਦੇ ਕਿਸਾਨ, ਜਿੱਥੇ ਮੈਂ ਪਹਿਲਾਂ ਬੇਨਤੀ ਕੀਤੀ, ਕਿਸਾਨੀ ਤੇ ਪਹਿਲਾਂ ਬਹੁਤ ਪ੍ਰਭਾਵਿਤ ਸੀ, ਪਰ ਇਹ 3 ਕਾਲੇ ਕਾਨੂੰਨ ਪਾਸ ਕਰਕੇ ਤੇ ਕਿਸਾਨੀ ਨੂੰ ਹੋਰ ਜ਼ਿਆਦਾ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਜਾ ਰਿਹਾ। ਇਹੀ ਬੇਨਤੀ ਕਰਦਾ ਹੈ ਕਿ ਸਾਰੇ ਗੁਰੂ ਚਰਨਾਂ ਦੇ ਵਿੱਚ ਇਹ ਅਰਦਾਸ ਕਰੋ ਕਿ ਸਤਿਗੁਰੂ ਜੀ ਇਹਨਾਂ ਹਾਕਮਾਂ ਨੂੰ ਸਮਤ ਦੇਵੇ, ਕਿਉਂਕਿ ਰਾਜਾ ਪ੍ਰਜਾ ਨਾਲ ਹੁੰਦਾ ਹੈ, ਪ੍ਰਜਾ ਰਾਜੇ ਨਾਲ ਹੁੰਦੀ ਹੈ। ਜੇ ਪ੍ਰਜਾ ਨਹੀਂ ਤਾਂ ਰਾਜ ਕਿਹਦੇ ਤੇ ਕਰਨਾ ਹੈ? ਜੇ ਰਾਜਾ ਨਹੀਂ ਤੇ ਪ੍ਰਜਾ ਕਾਹਦੀ? ਪ੍ਰਜਾ ਨਹੀਂ ਤਾਂ ਰਾਜਾ ਕਾਹਦਾ?
ਰਾਜੇ ਦਾ ਫਰਜ਼ ਹੁੰਦਾ ਹੈ ਕਿ ਆਪਣੇ ਪ੍ਰਜਾ ਦੀ ਪ੍ਰਤੀਪਾਲਨਾ ਕਰਨੀ। ਪ੍ਰਜਾ ਦਾ ਘਾਤ ਕਰਨ ਵਾਲੇ ਰਾਜੇ ਨਹੀਂ ਹੁੰਦੇ, ਉਹ ਪ੍ਰਜਾ ਖਾਲਕ ਨੇ, ਪ੍ਰਜਾ ਘਾਲਕ ਨੇ, ਪ੍ਰਜਾ ਪਾਲਕ ਨਹੀਂ ਹੁੰਦੇ। ਰਾਜਾ ਹਮੇਸ਼ਾ ਪ੍ਰਜਾ ਪਾਲਕ ਹੁੰਦਾ ਹੈ। ਸੋ ਇਹਨਾਂ ਰਾਜਿਆਂ ਨੂੰ, ਇਹਨਾਂ ਹਾਕਮਾਂ ਨੂੰ ਸੋਚ ਤੋਂ ਕੰਮ ਲੈਣਾ ਚਾਹੀਦਾ ਹੈ ਕਿ ਇਹ ਜਿਹੜੇ ਖੇਤੀ ਦੇ 3 ਕਾਲੇ ਕਾਨੂੰਨ ਨੇ, ਜਿਹੜੀ ਗੱਲ ਨੂੰ ਅਸੀਂ ਨਹੀਂ ਪ੍ਰਵਾਨ ਕਰਦੇ, ਤੁਸੀਂ ਮੈਨੂੰ ਜ਼ਬਰਦਸਤੀ ਕਿਵੇਂ ਕਰ ਦਿਓਗੇ? ਅਸੀਂ ਨਹੀਂ ਲੈਣਾ ਚਾਹੁੰਦੇ ਤੁਹਾਡੀਆਂ ਜਿਹੜੀਆਂ ਸਹੂਲਤਾਂ ਨੇ, ਸਾਨੂੰ ਨਹੀਂ ਪ੍ਰਵਾਨ, ਗੱਲ ਖਤਮ ਹੈ ਜੀ। ਇਸ ਕਰਕੇ ਕੀ ਤੁਕ ਬਣਦੀ ਹੈ ਕਿ ਉਹਨਾਂ ਕਿਸਾਨਾਂ ਨੂੰ ਉਹ ਠੋਸ ਕੇ ਉਹਨਾਂ ਉੱਪਰ 3 ਕਾਲੇ ਖੇਤੀ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਠੋਸ ਕੇ ਤੇ ਉਹਨਾਂ ਨੂੰ ਬਰਬਾਦ ਕਰਨ ਦਾ ਯਤਨ ਕਰਕੇ ਪੂੰਜੀਪਤੀਆਂ ਨੂੰ ਪ੍ਰਮੋਟ ਕਰਨ ਦਾ ਯਤਨ ਕੀਤਾ ਜਾ ਰਿਹਾ। ਸੋ ਇਹ ਜਿੰਨੇ ਵੀ ਛੇਤੀ ਹੋਵੇ ਸਤਿਗੁਰੂ ਰਹਿਮਤ ਕਰੇ, ਇਹ ਕਾਲੇ ਕਾਨੂੰਨ ਸੈਂਟਰ ਗੌਰਮੈਂਟ ਜਿਹੜੀ ਆ ਇਹ ਵਾਪਸ ਲੈ ਲੇ। ਮੈਂ ਤੇ ਕਰ ਕਹਿੰਦਾ ਕਿ ਗੁਰੂ ਸਾਹਿਬ ਦੀ ਸ਼ਤਾਬਦੀ ਆ ਰਹੀ ਹੈ ਜੀ ਜੀ। ਗੁਰੂ ਸਾਹਿਬ ਤੋਂ ਵੱਡਾ ਮਨੁੱਖੀ ਅਧਿਕਾਰਾਂ ਦਾ ਰਾਖਾ ਹੋਰ ਕੋਈ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਹੋਏ ਆਪਣੀ ਸ਼ਹਾਦਤ ਦਿੱਤੀ ਹੈ। ਮੈਂ ਕਹਿੰਦਾ ਕਿ ਗੁਰੂ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ 3 ਕਾਲੇ ਕਾਨੂੰਨ ਸੈਂਟਰ ਗੌਰਮੈਂਟ ਵਾਪਸ ਕਰ ਲੈ ਕਿ ਅਸੀਂ ਗੁਰੂ ਸਾਹਿਬ ਨੂੰ ਸਮਰਪਿਤ ਹੁੰਦਿਆਂ ਹੋਇਆਂ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਨੁੱਖੀ ਅਧਿਕਾਰਾਂ ਦੇ ਸਭ ਤੋਂ ਵੱਡੇ ਰਾਖੇ ਨੇ, ਸਭ ਤੋਂ ਪਹਿਲੇ ਰਾਖੇ ਨੇ। ਕਿਉਂਕਿ ਕਿਸੇ ਧਰਮ, ਦੂਜੇ ਧਰਮ ਦੇ ਕਿਸੇ ਰਹਿਬਰ ਨੇ ਕਿਸੇ ਦੂਜੇ ਧਰਮ ਵਾਸਤੇ ਅੱਜ ਤੱਕ ਦੁਨੀਆ ਦੇ ਇਤਿਹਾਸ ਵਿੱਚ ਕਦੇ ਕੋਈ ਕੁਰਬਾਨੀ ਨਹੀਂ ਕੀਤੀ। ਕੱਲੂ ਮੈਸਾਕਾ ਪਹਿਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹਨਾਂ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਕੁਰਬਾਨੀ ਦਿੱਤੀ ਹੈ। ਇਹ ਤੋਂ ਵੱਡੇ ਮਨੁੱਖੀ ਅਧਿਕਾਰਾਂ ਦੀ ਜਿਹੜੀ ਮਿਸਾਲ ਹੈ ਉਹ ਕੀ ਹੋ ਸਕਦੀ ਹੈ? ਇਸ ਕਰਕੇ ਇਹ ਗੁਰੂ ਸਾਹਿਬ ਨੂੰ ਸਮਰਪਿਤ ਕਰ ਦੇਣ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਹੋਇਆਂ, ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਅਸੀਂ 3 ਜਿਹੜੇ ਕਾਲੇ ਖੇਤੀ ਕਾਨੂੰਨ ਨੇ ਇਹ ਅਸੀਂ ਵਾਪਸ ਲੈ ਕੇ ਤੇ ਜੋ ਕਿਸਾਨਾਂ ਦੀਆਂ ਮੰਗਾਂ ਨੇ ਅਸੀਂ ਪ੍ਰਵਾਨ ਕਰਦੇ ਹਾਂ। ਔਰ ਬਹੁਤ ਵੱਡੀ ਇੱਕ ਮੈਂ ਕਹਿੰਦਾ ਕਿ ਇੱਕ ਤੋਹਫਾ ਹੋਏਗਾ। ਇਸ ਕਰਕੇ ਸੈਂਟਰ ਨੂੰ ਜਿੰਨੀ ਵੀ ਛੇਤੀ ਹੋ ਸਕੇ ਵਿਚਾਰ ਕਰਕੇ ਕਾਨੂੰਨ ਜਿਹੜੇ 3 ਵਾਪਸ ਲੈਣੇ ਚਾਹੀਦੇ ਨੇ। ਸੋ ਬਿਲਕੁਲ ਸ਼ਤਾਬਦੀ ਵੀ ਬਿਲਕੁਲ ਨਜ਼ਦੀਕ ਆ ਗਈ ਹੈ, ਬਹੁਤ ਵੱਡਾ ਹੈ ਤੇ ਸੁਝਾਅ ਮੈਂ ਸਮਝਦਾ ਕਿ ਇਹਨੂੰ ਇੱਕ ਜੇ ਕੇਂਦਰ ਸਰਕਾਰ ਇਹਨੂੰ ਇੱਕ ਆਦੇਸ਼ ਸਮਝ ਲਏ ਤਖਤ ਸਾਹਿਬ ਵੱਲੋਂ, ਤੇ ਮੈਂ ਸਮਝਦਾ ਕਿ ਬੜਾ ਵੱਡਾ ਇੱਕ ਬਦਲਾਅ ਜਿਹੜਾ, ਕਿਉਂਕਿ ਜ਼ਰੂਰਤ ਹੈ ਇਸ ਗੱਲ ਦੀ। ਸਾਡੇ ਕਿਸਾਨ ਭੈਣ ਭਰਾ ਬਜ਼ੁਰਗ ਸਾਰੇ ਉੱਥੇ ਬਾਰਡਰਾਂ ਤੇ ਬੈਠੇ ਨੇ, ਉਹਨਾਂ ਠੰਡਾਂ ਹੰਡਾਈਆਂ ਨੇ, ਹੁਣ ਗਰਮੀ ਹੰਡਾ ਰਹੇ ਨੇ, ਬੜਾ ਕੁਛ 300 ਤੋਂ 350 ਤੋਂ ਉੱਪਰ ਜਾਨਾਂ ਸਾਡੀਆਂ ਕੀਮਤੀ ਜਾ ਚੁੱਕੀਆਂ ਨੇ। ਤੋ ਇਹ ਸਾਰਾ ਕੁਝ ਦੇਖਦੇ ਹੋਏ ਇਹ ਸਰਕਾਰਾਂ ਨੂੰ ਇਹ ਸਟੈਪ ਲੈ ਲੈਣਾ ਚਾਹੀਦਾ। ਇਹਦੇ 'ਚ ਉਹਨਾਂ ਦੀ ਵੀ ਇੱਜ਼ਤ ਵੱਜੇਗੀ ਤੇ ਨਹੀਂ ਤੇ ਜ਼ਿਆਦਾ ਲੰਬਾ ਸੰਘਰਸ਼ ਜਿਹੜਾ ਉਹ ਸਦਾ ਹੀ ਨੁਕਸਾਨਦੇਹ ਰਿਹਾ। ਸੋ ਸਿੰਘ ਸਾਹਿਬ ਜੀ, ਅਖੀਰ ਦੇ ਵਿੱਚ ਆਪ ਜੀ ਨੇ ਖੁਦ ਹੀ ਸ਼ਤਾਬਦੀ ਦੀ ਵੀ ਗੱਲ ਕੀਤੀ ਹੈ, ਬਿਲਕੁਲ ਨਜ਼ਦੀਕ ਆ ਗਈ ਸ਼ਤਾਬਦੀ, ਤੇ ਥੋੜਾ ਜਿਹਾ ਮਹਾਰਾਜ ਦੇ 400 ਸਾਲਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾਇਆ ਜਾਣਾ, ਉਹਦੇ ਪਰਥਾਏ ਥੋੜੀ ਜਿਹੀ ਜਾਣਕਾਰੀ ਇਸ ਵੇਲੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਦੇ ਜੀ। ਹਾਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 400 ਸਾਲਾ ਜਿਹੜਾ ਪ੍ਰਕਾਸ਼ ਪੁਰਬ ਹੈ ਉਹ 1 ਮਈ ਨੂੰ ਸਮੁੱਚੇ ਸੰਸਾਰ ਭਰ ਵਿੱਚ ਸਮੁੱਚੀਆਂ ਸੰਗਤਾਂ ਨੇ ਬਹੁਤ ਚੜ੍ਹਦੀ ਕਲਾ ਵਿੱਚ ਮਨਾਉਣਾ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਇਸ ਦਿਹਾੜੇ ਨੂੰ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ, ਬੜੇ ਚਾਅ ਦੇ ਨਾਲ ਮਨਾਇਆ ਜਾ ਰਿਹਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਡੇ ਬੜੇ ਵੱਡੇ ਭਾਗ ਨੇ ਕਿ ਸਾਨੂੰ 1621 ਗੁਰੂ ਸਾਹਿਬ ਦਾ 100 ਸਾਲਾ ਸੀ, ਉਹ ਅਸੀਂ ਨਹੀਂ ਮਨਾ ਸਕੇ। 1721 ਵਾਲਾ ਨਹੀਂ ਮਨਾ ਸਕੇ। 1721 ਵਾਲਾ ਪਹਿਲਾ ਸੀ 100 ਸਾਲਾ, ਉਹ ਅਸੀਂ ਨਹੀਂ ਮਨਾ ਸਕੇ। ਫਿਰ 1821 ਆ ਗਿਆ, ਉਹ ਅਸੀਂ ਨਹੀਂ ਮਨਾ ਸਕੇ। 1921 ਵਾਲਾ ਨਹੀਂ ਮਨਾ ਸਕੇ ਕਿਉਂਕਿ ਹਾਲਾਤ ਹੀ ਕੌਮ ਦੇ ਐਸੇ ਸਨ। ਹੁਣ 2021 ਆਇਆ, 2021 ਬਿਲਕੁਲ ਹੁਣ ਸ਼ਤਾਬਦੀ ਐਨ ਸਮੇਂ ਤੇ ਸਿਰ ਤੇ ਆ ਚੁੱਕੀ ਹੈ। ਮੈਂ ਇਹੀ ਬੇਨਤੀ, ਇਹੀ ਅਪੀਲ ਕਰਨੀ ਚਾਹੁੰਦਾ ਸਮੁੱਚੇ ਖਾਲਸਾ ਪੰਥ ਨੂੰ ਕਿ ਸਮੁੱਚਾ ਖਾਲਸਾ ਪੰਥ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਤਾਬਦੀ ਨੂੰ ਚੜ੍ਹਦੀ ਕਲਾ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਛਤਰ ਛਾਇਆ ਹੇਠ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਝੰਡੇ ਹੇਠ ਇਕੱਤਰ ਹੋ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਜਿਹੜੀ ਸ਼ਤਾਬਦੀ ਹੈ ਉਹਨੂੰ ਚੜ੍ਹਦੀ ਕਲਾ ਵਿੱਚ ਮਨਾਵੇ ਔਰ ਕੌਮ ਦਾ ਕੱਲਾ ਮੈਂਬਰ ਕੌਮ ਦਾ ਪ੍ਰਚਾਰਕ ਬਣ ਕੇ ਵਿਚਰੇ। ਇਹ ਮੇਰੀ ਸੰਗਤ ਨੂੰ ਅਪੀਲ ਹੈ। ਸੋ ਬਿਲਕੁਲ ਇੱਕ ਬਹੁਤ ਵੱਡਾ ਸੁਨੇਹਾ ਦੇਣਾ ਬਣਦਾ ਹੈ ਇਸ 400 ਸਾਲਾਂ ਦੇ ਮੌਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਕਿ 2 ਸੀਸਗੰਜ ਸਾਹਿਬ ਮੌਜੂਦ ਨੇ, ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਿਲੱਖਣ ਤੇ ਵਿਸ਼ਾਲਤਾ ਹੈ, ਉਹਦਾ ਬਹੁਤ ਵੱਡਾ ਸਨਮਾਨ ਹੈ। ਸੋ ਆਪਾਂ ਸਾਰਿਆਂ ਨੇ ਸ਼ਤਾਬਦੀ ਮਨਾਉਣੀ ਹੈ। ਸੋ ਇੱਕ ਵਾਰੀ ਫਿਰ ਅੱਜ ਦੇ ਦਿਹਾੜੇ ਦੀਆਂ, ਵਿਸਾਖੀ ਦੇ ਦਿਹਾੜੇ ਦੀਆਂ, ਖਾਲਸੇ ਦੇ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ ਪੇਸ਼ ਕਰਦੇ ਹਾਂ ਜੀ। ਧੰਨਵਾਦ ਸਿੰਘ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।